ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਮਾਝ ਰਾਗ ਦੇ ਵਿੱਚ ਜਿਹੜੀਆਂ ਹੈਗੀਆਂ ਅਸ਼ਟਪਦੀਆਂ ਸ਼ੁਰੂ ਕਰਨ ਲੱਗਿਆ ਜੀ। ਜੁਗਰਾਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, 109 ਅੰਗ ਤੋਂ ਸ਼ੁਰੂ ਕਰਨ ਲੱਗੇ ਗਿਆਨ ਨੂੰ। ਮਾਝ ਰਾਗ ਦੇ ਵਿੱਚ ਅਸ਼ਟਪਦੀਆਂ, ਇਹ ਪਹਿਲੀ ਅਸ਼ਟਪਦੀ ਜਿਹੜੀ ਹੈਗੀ ਪਹਿਲੀ ਪਾਤਸ਼ਾਹੀ ਦੀ ਹੈਗੀ। ਉਸ ਤੋਂ ਬਾਅਦ ਜਿਹੜੀਆਂ ਅਸ਼ਟਪਦੀਆਂ ਹੈਗੀਆਂ ਉਹ ਤੀਸਰੀ ਪਾਤਸ਼ਾਹੀ ਦੀਆਂ ਹੈਗੀਆਂ। 31 ਅਸ਼ਟਪਦੀਆਂ ਇੱਕੋ ਜਿਹੜੀ ਹੈਗੀ ਲੜੀ ਦੇ ਮੋਤੀ ਹੈਗੇ। ਇਸ ਤੋਂ ਬਾਅਦ 32ਵੀਂ ਅਸ਼ਟਪਦੀ ਵੀ ਉਹਨਾਂ ਦੀ ਹੈਗੀ, ਉਹ ਅਲੱਗ ਸਬਜੈਕਟ ਹੈ, ਉਹ ਇੱਕੋ ਹੀ ਹੈਗੀ। ਤੇ ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਚੌਥੀ ਪਾਤਸ਼ਾਹੀ ਦੀ ਹੈ ਅੰਗ 109 ਮਹਾਰਾਜ ਮੇਹਰ ਕਰਨ ਜੀ। ਰਾਗ ਮਾਝ, ਅਸ਼ਟਪਦੀਆਂ, ਮਹੱਲਾ ਪਹਿਲਾ, ਘਰ ਪਹਿਲਾ, ਇੱਕ ਓਂਕਾਰ, ਸਤਿਗੁਰ ਪ੍ਰਸਾਦ। ਸ਼ਬਦੇ ਰੰਗਾਏ ਹੁਕਮੇ ਸਬਾਏ, ਸੱਚੀ ਦਰਗਹਿ ਮਹਿਲੇ ਬੁਲਾਏ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤਿਆਵਣਿਆ। ਹੁਣ ਇੱਥੇ ਲਿਖਿਆ ਸ਼ਬਦੇ ਰੰਗਾਏ ਹੁਕਮੇ ਸਬਾਏ। ਹੁਣ ਸਾਰੇ ਦੇ ਸਾਰੇ ਜਿਹੜੇ ਹੈਗੇ ਇਨਸਾਨ ਸ਼ਬਦ ਦੇ ਵਿੱਚ ਤਾਂ ਨਹੀਂ ਰੰਗੇ ਹੋਏ। ਸ਼ਬਦੇ ਰੰਗਾਏ ਹੁਕਮੇ ਸਬਾਏ, ਸੱਚੀ ਦਰਗਹਿ ਮਹਿਲੇ ਬੁਲਾਏ। ਹੁਣ ਅੱਗੇ ਦੱਸ ਰਹੇ ਵੀ ਕਿਹਨਾਂ ਦੀ ਗੱਲ ਹੋ ਰਹੀ ਹੈ। ਸੱਚੀ ਦਰਗਾਹ 'ਚ ਮਹਿਲ ਦੇ ਵਿੱਚ ਬੁਲਾ ਲੈਂਦਾ ਮਾਲਕ ਪਰਮਾਤਮਾ। ਉਹ ਮਾਲਕ ਪਰਮਾਤਮਾ ਦਾ ਮਹਿਲ ਕਿੱਥੇ ਹੈ? ਮਾਲਕ ਪਰਮਾਤਮਾ ਦਾ ਮਹਿਲ ਜਿਹੜਾ ਹੈਗਾ ਆਤਮਾ ਦੇ ਵਿੱਚ ਹੈ, ਆਤਮਾ ਤੱਕ ਹੈ। ਆਤਮਾ ਮਾਲਕ ਪਰਮਾਤਮਾ ਦਾ ਹੀ ਮਹਿਲ ਹੈਗਾ। ਸ਼ਬਦੇ ਰੰਗਾਏ ਹੁਕਮੇ ਸਬਾਏ, ਕਹਿੰਦੇ ਜਿਹੜੇ ਵੀ ਇਹ ਸਾਰੀ ਸ੍ਰਿਸ਼ਟੀ ਦੇ 84 ਲੱਖ ਜੂਨਾਂ ਦੇ ਵਿੱਚ ਜਿੰਨੇ ਵੀ ਜੀਵ ਹੈਗੇ ਆ ਸਾਰੇ ਦੇ ਸਾਰੇ ਇੱਕ ਬਰੋਬਰ ਹੈਗੇ। ਸਾਰਿਆਂ ਦੇ ਅੰਦਰ ਮਹਿਲ ਹੈਗਾ, ਸਾਰਿਆਂ ਦੇ ਅੰਦਰ ਜਿਹੜੀ ਆਤਮਾ ਹੈ ਸੇਮ ਹੈਗੀ ਆ। ਔਰ ਆਤਮਾ ਜਿਹੜੀ ਜਨਮ ਨਹੀਂ ਲੈਂਦੀ ਪਾਈ, ਆਤਮਾ ਜਨਮ ਨਹੀਂ ਲੈਂਦੀ। ਤੇ ਫਿਰ ਜਿਹੜਾ ਹੈਗਾ ਆਪਾਂ ਇਸ ਤਰ੍ਹਾਂ ਜਿਹੜੇ ਸਰੀਰ ਅਲੱਗ-ਅਲੱਗ ਕਿਵੇਂ ਮਿਲਦੇ, ਇਹੀ ਖੇਡਿਆ ਮਾਲਕ ਪਰਮਾਤਮਾ ਦੀ। ਆਤਮਾ ਜਿਹੜੀ ਹੈਗੀ ਮੈਲੀ ਨਹੀਂ ਹੁੰਦੀ, ਪਰ ਆਤਮਾ ਜਿਹੜੀ ਮਾਲਕ ਨੇ ਕੀ ਕੀਤਾ ਆ, ਮਾਲਕ ਨੇ ਆਤਮਾ ਨੂੰ ਸਰੀਰ ਦੇ ਵਿੱਚ ਜਿਹੜਾ ਹੈਗਾ ਇਹ ਸਰੀਰ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਮਨ, ਚਿੱਤ, ਬੁੱਧੀ, ਇਹ ਸਾਰਾ ਜੋ ਕੁਛ ਇਹ ਪੰਜਾਂ ਤੱਤਾਂ ਦੀ ਰਚਨਾ, ਇਹ ਸਾਰਾ ਦੇ ਕੇ ਮਾਲਕ ਪਰਮਾਤਮਾ ਨੇ ਸੰਸਾਰ ਜਿਹੜਾ ਹੈ, ਜੋ ਪ੍ਰਕਿਰਤੀ ਹੈਗੀ, ਆਕਾਰ ਜਿਹੜੇ ਹੈਗੇ, ਮੈਟਰ ਜਿਹੜਾ ਹੈਗਾ ਉਹ ਬਣਾ ਕੇ ਜੀਵ ਨੂੰ ਭੇਜਿਆ ਆ। ਬਈ ਮੈਂ ਤੈਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਨੇ ਭੇਜਿਆ। ਇਸ ਤੋਂ ਬਾਅਦ ਆਪਾਂ ਕਿਉਂਕਿ ਮੈਟਰ ਬਣਾਇਆ, ਮੈਟਰ ਦੇ ਵਾਸਤੇ ਆਪਣੇ ਅੰਦਰ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਮੈਟਰ ਨੂੰ ਜਿਹੜੀਆਂ ਹੈਗੀਆਂ ਮੈਟਰ ਤੋਂ ਸੁੱਖ ਲੈਂਦੀਆਂ, ਉਹ ਸਾਰੀਆਂ ਮਾਲਕ ਪਰਮਾਤਮਾ ਨੇ ਬਣਾਈਆਂ। ਔਰ ਮਾਲਕ ਨੇ ਕਿਹਾ ਕਿ ਇਸ ਤਰ੍ਹਾਂ ਮੈਂ ਤੈਨੂੰ ਜਿਹੜਾ ਹੈਗਾ ਮੈਂ ਇਹ ਸਰੀਰ ਦੇ ਵਿੱਚ ਇਹ ਪ੍ਰਕਿਰਤੀ ਦੇ ਨਾਲ, ਪ੍ਰਕਿਰਤੀ ਦੇ ਵਿੱਚ ਸੰਬੰਧ ਸਥਾਪਿਤ ਕਰਕੇ ਤੈਨੂੰ ਕੈਦ, ਜਿਵੇਂ ਕੈਦ ਕਰ ਲੈਂਦੇ, ਕਹਿੰਦੇ ਇਸ ਤਰ੍ਹਾਂ ਭੇਜ ਰਿਹਾ ਤੂੰ ਜਿਹੜਾ ਹੈਗਾ ਇਸ ਚੋਂ ਲਿਬਰੇਟ ਹੋਣਾ ਹੈ, ਛੁੱਟਣਾ ਹੈਗਾ ਤੂੰ। ਆਹ ਖੇਡਿਆ ਮਾਲਕ ਪਰਮਾਤਮਾ ਦੀ। ਔਰ ਮਾਫ ਕਰਨਾ ਜੀ, ਇਹ ਲੈ ਨਹੀਂ ਸਕਿਆ। ਔਰ ਆਪਾਂ ਜਿਹੜੇ ਹੈਗੇ ਆ ਬਸ ਇਸੇ ਵਾਸਤੇ ਜਿਹੜਾ ਹੈਗਾ ਇਹ ਸਾਰੀ ਦੀ ਸਾਰੀ ਖੇਡ ਮਾਲਕ ਪਰਮਾਤਮਾ ਦੀ ਹੈਗੀ। ਔਰ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਇਨਵੋਲਵ ਹੈਗਾ। ਔਰ ਜਿਹੜਾ ਇਸ ਖੇਡ ਚੋਂ ਨਿਕਲਣਾ ਚਾਹੁੰਦਾ ਹੈ ਉਹਨੂੰ ਉਸ ਤਰ੍ਹਾਂ ਦੀ ਸੁਵਿਧਾ ਦਿੰਦਾ ਹੈ ਮਾਲਕ ਪਰਮਾਤਮਾ। ਜਿਹੜਾ ਮਾਇਆ ਦੇ ਵਿੱਚ ਖੇਡ ਦੇ ਵਿੱਚ ਰਹਿਣਾ ਚਾਹੁੰਦਾ ਹੈ ਉਹਨੂੰ ਖੇਡ 'ਚ ਹੀ ਰੱਖਦਾ ਹੈ।
ਔਰ ਮਨ ਜਿਹੜਾ ਹੈਗਾ, ਇਹ ਮੈਲ ਜਿਹੜੀ ਹੈਗੀ ਆ, ਇਹ ਆਪਾਂ ਜਿਹੜੇ ਹੈਗੇ ਜਿਸ ਤਰ੍ਹਾਂ ਹੀ ਵੀ ਆਪਾਂ ਜਿਹੜੇ ਹੈਗੇ ਆ, ਇਹ ਆਪਣੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਔਰ ਮਾਇਆ ਜਿਹੜੀ ਹੈਗੀ, ਔਰ ਜੋ ਚੋਗਾ ਪਾਇਆ ਇਹਦੇ ਵਿੱਚ ਜਿੰਨੇ ਵੀ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਲਿਪਤ ਹੁੰਦੇ ਆ, ਓਨੀ ਆਪਾਂ ਨੂੰ ਮੈਲ ਚੜੀ ਜਾਂਦੀ ਹੈ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਮੈਲ ਦੇ ਨਾਲ ਉਹਨੂੰ ਕੋਈ ਕੰਸਰਨ ਨਹੀਂ ਹੈਗਾ, ਕਿਉਂਕਿ ਜੇ ਲੇਖੇ ਦਾ ਹਿਸਾਬ ਲਾਈਏ ਵੀ ਮੈਲ ਜਿਹੜੀ ਹੈਗੀ ਆਪਾਂ ਲਾਵਾਂਗੇ ਤਾਂ ਮਾਲਕ ਪਰਮਾਤਮਾ ਦੇ ਨਾਲ ਜਾ ਕੇ ਮਿਲਾਂਗੇ, ਤਾਂ ਜਿਹੜੇ ਹੈਗੇ ਆਪਾਂ ਪਵਿੱਤਰ ਹੋ ਸਕਦੇ ਹਾਂ ਤੇ ਤਾਂ ਮਾਲਕ ਨੂੰ ਮਿਲਾਂਗੇ। ਮਾਲਕ ਤਾਂ ਕਹਿੰਦਾ ਕਿ ਤੇ ਤੂੰ ਮੈਲ ਲਾ ਹੀ ਨਹੀਂ ਸਕਦਾ, ਤੂੰ ਕਦੀ ਮੈਲ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਔਰ ਆਪਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਜਿਹੜਾ ਹੈਗਾ, ਇਹ ਜਿਹੜੇ ਆ ਪਾਪ ਤੇ ਪੁੰਨ ਜਿਹੜੇ ਹੈਗੇ, ਇਹਨਾਂ ਦੇ ਵਿੱਚ ਡਿਫਰੈਂਸ ਹੀ ਨਹੀਂ ਪਤਾ ਆਪਾਂ ਨੂੰ। ਪਾਪ ਪੁੰਨ ਦੇ ਵਿੱਚ ਕੋਈ ਡਿਫਰੈਂਸ ਆਪਾਂ ਨੂੰ ਨਹੀਂ ਪਤਾ। ਜੇ ਡਿਫਰੈਂਸ ਪਤਾ ਹੋਏ ਆਪਾਂ ਨੂੰ, ਤੇ ਫਿਰ ਆਪਾਂ ਜਿਹੜੇ ਹੈਗੇ, ਫਿਰ ਪਾਪ ਹੀ ਕਿਉਂ ਕਰੀਏ ਆਪਾਂ। ਜਿਹੜਾ ਇਨਸਾਨ ਪਾਪ ਪੁੰਨ ਦੇ ਵਿੱਚ ਡਿਫਰੈਂਸ ਪਤਾ ਲੱਗ ਜਾਏ ਜਿਸ ਇਨਸਾਨ ਨੂੰ, ਤੇ ਉਹ ਤਾਂ ਨਿਕਲ ਜਾਏਗਾ ਭਾਈ। ਉਹ ਕਿਉਂ ਕਰੂਗਾ ਫਿਰ, ਉਹ ਕਿਉਂ ਮਾੜੇ ਗਲਤ ਪਾਸੇ ਜਾਊਗਾ ਉਹ। ਬਸ ਡਿਫਰੈਂਸ ਇਹੀ ਚੀਜ਼ ਆਪਾਂ ਜਿਹੜੀ ਹੈਗੀ ਆ ਨਹੀਂ ਸਮਝ ਪਾਉਂਦੇ। ਸ਼ਬਦੇ ਰੰਗਾਏ ਹੁਕਮੇ ਸਭਾਏ, ਜਿਨ੍ਹਾਂ ਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜੇ ਨਿਕਲਣਾ ਚਾਹੁੰਦੇ ਆ, ਉਹਨਾਂ ਨੂੰ ਸ਼ਬਦ ਦੇ ਰੰਗ ਦੇ ਵਿੱਚ ਰੰਗ ਦਿੰਦਾ ਹੈ ਮਾਲਕ ਪਰਮਾਤਮਾ। ਇਹ ਮਾਲਕ ਪਰਮਾਤਮਾ ਦਾ ਹੁਕਮ ਹੈਗਾ, ਇਹ ਖੇਡ ਹੈਗੀ, ਖੇਡ ਦਾ ਨਿਯਮ ਹੈਗਾ ਮਾਲਕ ਪਰਮਾਤਮਾ ਦਾ। ਸੱਚੀ ਦਰਗਹਿ ਮਹਿਲੇ ਬੁਲਾਏ, ਉਹਨਾਂ ਨੂੰ ਫਿਰ ਜਿਹੜਾ ਹੈਗਾ ਗੇਮ ਚੋਂ ਬਾਹਰ ਕੱਢ ਲੈਂਦਾ ਹੈ, ਕਿਉਂਕਿ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਮਾਲਕ ਪਰਮਾਤਮਾ ਦੀ ਖੇਡ ਕਿਵੇਂ ਚੱਲ ਰਹੀ ਹੈ। ਸ੍ਰਿਸ਼ਟੀ ਜਿਹੜੀ ਹੈ, ਪੰਜਾਂ ਤੱਤਾਂ ਦੀ ਰਚਨਾ, ਇਹਦੇ ਅੰਦਰ ਦੀ ਜਿਹੜੀ ਹੈ ਭੇਤ ਉਹਨਾਂ ਨੂੰ ਪਤਾ ਲੱਗ ਜਾਂਦੇ ਆ। ਸੱਚੀ ਦਰਗਹਿ ਮਹਿਲੇ ਬੁਲਾਏ, ਉਹਨਾਂ ਨੂੰ ਵਾਪਸ ਜਿਹੜਾ ਹੈਗਾ ਇਹ ਆਹੀ ਉਹ ਜਿੱਤ ਜਾਂਦੇ ਆ ਖੇਡ ਨੂੰ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਬਸ ਉਹ ਸੱਚਾ ਆ, ਦੀਨਾਂ ਤੇ ਦਿਆਲ ਹੋਣ ਵਾਲਾ ਹੈ ਮਾਲਕ ਪਰਮਾਤਮਾ, ਉਹ ਸਾਰਿਆਂ ਦਾ ਮਾਲਕ ਹੈਗਾ। ਔਰ ਜਿਨ੍ਹਾਂ ਦਾ ਮਨ ਉਸ ਮਾਲਕ ਪਰਮਾਤਮਾ ਦੇ ਵਿੱਚ ਪਤੀਜ ਜਾਂਦਾ ਆ, ਉਹਨਾਂ ਨੂੰ ਜਿਹੜਾ ਹੈਗਾ ਸ਼ਬਦ ਦਾ ਰੰਗ ਚੜ ਜਾਂਦਾ ਹੈ, ਔਰ ਉਹਨਾਂ ਨੂੰ ਸੱਚੀ ਦਰਗਾਹ ਉਹਨਾਂ ਨੂੰ ਖੇਡ ਚੋਂ ਬਾਹਰ ਕੱਢ ਲੈਂਦਾ ਹੈ, ਮਹਿਲ ਦੇ ਵਿੱਚ ਬੁਲਾ ਲੈਂਦਾ ਹੈ। ਆ ਉੱਪਰ ਲਿਖਿਆ ਮਹੱਲਾ ਪਹਿਲਾ। ਇਸ ਤਰ੍ਹਾਂ ਜਿਹੜੇ ਹੈਗੇ ਆ, ਦੇਖ ਲਓ, ਇੱਕ ਜਿਹੜੀ ਹੈਗੀ ਆ, ਇੱਕ ਮਤਲਬ ਜਿਹੜੀ ਹੈਗੀ ਪਹਿਲੀ, ਦੂਜੀ, ਤੀਜੀ, ਬਿਲਕੁਲ ਜਿਹੜੇ ਹੈਗੇ ਲਗਾਤਾਰ ਜਿਹੜੇ ਹੈਗੇ ਇਹ ਇਸ ਤਰ੍ਹਾਂ ਬ੍ਰਹਮ ਗਿਆਨੀ ਜਿਹੜੇ ਹੈਗੇ, ਜਿਹੜੇ ਹੈਗੇ ਮਹਾਰਾਜ ਨੇ ਆ ਜਿਹੜੇ ਪ੍ਰੇਮਾ ਭਗਤੀ ਦਾ ਜਿਹੜਾ ਹੈਗਾ ਜੋ ਆਪਾਂ ਨੂੰ ਰਸਤਾ ਦੱਸਿਆ ਆ, ਉਹਦੇ ਵਿੱਚ ਟੈਸਟ ਕਰਕੇ ਦੱਸਿਆ ਵੀ ਦੇਖ ਲਓ, ਲਗਾਤਾਰ ਜਿਹੜੇ ਹੈਗੇ ਬ੍ਰਹਮ ਗਿਆਨੀ ਇਸ ਤਰ੍ਹਾਂ ਜਿਹੜੇ ਹੈਗੇ ਹੋਏ ਆ ਔਰ ਹੋ ਸਕਦੇ। ਬਿਲਕੁਲ ਟੈਸਟਡ ਜਿਹੜਾ ਪ੍ਰੈਕਟੀਕਲ ਹੈਗਾ ਭਾਈ, ਪ੍ਰੈਕਟੀਕਲ ਕਰਕੇ ਜਿਹੜਾ ਹੈਗਾ, ਟੈਸਟ ਕਰਕੇ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਇਹ ਗਿਆਨ ਜਿਹੜਾ ਹੈਗਾ ਆਪਣੇ ਤੱਕ ਜਿਹੜਾ ਹੈਗਾ ਭੇਜਿਆ ਹੈ। ਹਉ ਵਾਰੀ ਜਿਉ ਵਾਰੀ ਸ਼ਬਦੇ ਸੁਹਾਵਣਿਆ, ਕਹਿੰਦੇ ਮੈਂ ਤਾਂ ਵਾਰ ਨੇ ਜਾਣਾ ਹੈ, ਬਲਿਹਾਰ ਨੇ ਜਾਣਾ ਹੈ। ਜਿਹੜੇ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣਾ ਜੀਵਨ ਸੁਹਾਵਣਾ ਬਣਾ ਲਿਆ ਹੈ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤਿ ਮਨੇ ਵਸਾਵਣਿਆ। ਕਹਿੰਦੇ ਅੰਮ੍ਰਿਤ ਨਾਮ ਜਿਹੜਾ ਹੈਗਾ ਸੁੱਖਾਂ ਦਾ ਦਾਤਾ ਹੈ, ਸਦਾ ਹਮੇਸ਼ਾ ਸਾਰੇ ਸੁੱਖ ਅੰਮ੍ਰਿਤ ਨਾਮ ਦੇ ਵਿੱਚ। ਅੰਮ੍ਰਿਤ ਨਾਮ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ, ਨਾਮ ਪਦਾਰਥ ਦੇ ਵਾਸਤੇ ਜਿਹੜੇ ਹੈਗਾ ਆਪਾਂ, ਅੰਮ੍ਰਿਤ ਰਸ ਦੇ ਵਾਸਤੇ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਆ, ਜਿਹੜੇ ਗੁਰੂ ਦੀ ਮੱਤ ਲੈ ਕੇ ਮਨ ਦੇ ਵਿੱਚ ਵਸਾ ਲੈਂਦੇ ਆ ਸ਼ਬਦ ਨੂੰ, ਕਹਿੰਦੇ ਉਹ ਮੈਂ ਉਹਨਾਂ ਤੋਂ ਵਾਰੀਆਂ ਬਲਿਹਾਰੀਆਂ, ਜਿਹੜੇ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ। ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤਿ ਮਨ ਵਸਾਵਣਿਆ। ਆ ਗੁਰੂ ਦੀ ਮੱਤ ਹੈਗੀ ਜੋ ਆਪਾਂ ਲੈ ਰਹੇ ਹਾਂ ਭਾਈ, ਪਹਿਲੀ ਪਾਤਸ਼ਾਹੀ ਪਹਿਲੇ ਗੁਰੂ ਦੀ ਮੱਤ ਲੈ ਰਹੇ ਹਾਂ ਆਪਾਂ। ਰਹਾਓ ਨਾ ਕੋ ਮੇਰਾ ਹਉ ਕਿਸ ਕੇਰਾ, ਕਹਿੰਦੇ ਦੁਨੀਆ ਦੇ ਵਿੱਚ ਇਹ ਜੋ ਕੁਛ ਵੀ ਸ੍ਰਿਸ਼ਟੀ ਬਣਾਈ ਹੈ ਮਾਲਕ ਨੇ, ਜਿੰਨੇ ਵੀ ਜੀਵ ਹੈਗੇ ਆ, ਕਹਿੰਦੇ ਇਹ ਸਾਰੇ ਦੇ ਸਾਰੇ ਇੱਕੋ ਜਿਹੇ ਯਾਤਰਾ ਦੇ ਉੱਤੇ ਹੈਗੇ, ਸਾਰਿਆਂ ਨੂੰ ਇਹੀ ਖੇਡ ਪਾਈ ਹੋਈ ਹੈ, ਸਾਰੇ ਹੀ ਇਸ ਖੇਡ ਦੇ ਵਿੱਚ ਹੈਗੇ ਆ। ਇਹਨਾਂ ਦੇ ਵਿੱਚ ਕੋਈ ਮੇਰਾ ਨਹੀਂ ਹੈਗਾ
ਔਰ ਮੈਂ ਵੀ ਕਿਸੇ ਦਾ ਨਹੀਂ ਹੈਗਾ, ਕਿਉਂਕਿ ਇੱਥੇ ਆਏ ਆ ਇਹ ਸਰੀਰ ਆਕਾਰ ਇਹ ਜਿਹੜਾ ਹੈਗਾ ਇਹ ਲਿਮਿਟਿਡ ਹੈਗਾ, ਇਹ ਨਿਰਧਾਰਿਤ ਸਮਾਂ ਹੈਗਾ, ਨਿਰਧਾਰਿਤ ਸਵਾਸ ਹੈਗੇ ਆਪਣੇ। ਸਾਚਾ ਠਾਕੁਰ ਤਿਰ ਭਵਣੇ ਮੇਰਾ, ਉਹ ਧਰਤ ਪਤਾਲ ਆਕਾਸ਼ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਧਰਤ ਪਤਾਲ ਆਕਾਸ਼ ਦਾ ਮਾਲਕ, ਕਹਿੰਦੇ ਉਹ ਸੱਚਾ ਠਾਕੁਰ ਉਹੀ ਮੇਰਾ ਹੈਗਾ ਭਾਈ, ਉਹ ਸਾਰਿਆਂ ਦਾ ਹੈਗਾ। ਹਉਮੈ ਕਰ ਕਰ ਜਾਏ ਕਨੇਰੀ, ਕਰ ਆਉਗਣ ਪਛੁਤਾਵਣਿਆ। ਹੁਣ ਹਉਮੈ ਕਰ ਕਰ ਜਾਏ ਕਨੇਰੀ, ਹਉਮੈ ਕਰ ਕਰਕੇ ਕਿਵੇਂ ਜਾਂਦੀ ਹੈ? ਕਨੇਰੀ ਕਹਿੰਦੇ ਆ ਸਾਰੀ ਲੁਕਾਈ ਜਿਹੜੀ ਹੈਗੀ ਆ, ਜੂਨਾਂ ਸਾਰੀਆਂ ਬਣੀਆਂ ਇਸ ਤਰੀਕੇ ਦੇ ਨਾਲ ਬਣੀਆਂ। ਹਉਮੈ ਕਰ ਕਰ ਜਾਏ ਕਨੇਰੀ, ਹਉਮੈ ਕੀ ਹੈਗੀ? ਆ ਮੇਰਾ ਹੈਗਾ, ਆ ਫਲਾਨਾ ਹੈਗਾ, ਆ ਮੇਰਾ ਸਰੀਰ ਹੈਗਾ। ਬਸ ਆਪਣੇ ਆਪ ਨੂੰ ਆਪਾਂ ਨੇ ਜੋ ਮਾਲਕ ਨੇ ਦਿੱਤਾ ਹੈ ਆਪਾਂ ਨੂੰ, ਇਹ ਕਿਹੜਾ ਆਤਮਾ ਹੈਗੀ ਅੰਦਰ, ਬਾਕੀ ਸਾਰੀ ਚੀਜ਼ ਫੈਬਰੀਕੇਟਡ ਹੈਗੀ। ਸਾਰੀ ਚੀਜ਼ ਜਿਹੜੀ ਹੈਗੀ ਜੋ ਕੁਛ ਵੀ ਹੈਗਾ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ, ਸੁਰਤ, ਮਤ, ਬੁੱਧੀ, ਜੋ ਕੁਛ ਵੀ ਹੈਗਾ ਸਾਰੇ ਜਿਹੜੇ ਹੈਗੇ ਮਾਲਕ ਪਰਮਾਤਮਾ ਨੇ ਪਾਏ ਹੋਏ ਆ ਭਾਈ। ਸਾਰਾ ਕੁਛ ਪਰੇ ਹੋ ਜਾਣਾ ਆ ਔਰ ਸਿਰਫ ਜਿਹੜੀ ਹੈਗੀ ਆਤਮਾ ਰਹਿ ਜਾਣੀ। ਆਹੀ ਖੇਡ ਹੈਗੀ ਭਾਈ, ਆਹੀ ਖੇਡ ਹੈਗੀ ਆ। ਬਸ ਆਪਾਂ ਹਉਮੈ ਕਰ ਕਰ ਜਾਏ ਕਨੇਰੀ, ਕਹਿੰਦੇ ਆਪਣੇ ਆਪ ਨੂੰ ਆਪਾਂ ਸਰੀਰ ਮੰਨ ਲੈਂਦੇ ਆ, ਆਪਣੇ ਆਪ ਨੂੰ ਆ ਸਾਰਾ ਜਿਹੜਾ ਹੈਗਾ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ, ਸੁਰਤ, ਮਤ, ਮਨ, ਬੁੱਧ ਜੋ ਵੀ ਹੈਗਾ ਇਹ ਸਾਰਾ ਆਪਣੇ ਆਪ ਨੂੰ ਆਪਾਂ ਮੰਨ ਲੈਂਦੇ। ਇਹ ਸਾਰਾ ਟੋਟਲ ਇਹਨੂੰ ਮਿਲਾ ਦੋ ਨਾ ਆਤਮਾ ਦੇ ਨਾਲ ਤੇ ਜੀਓ ਬਣ ਜਾਂਦਾ ਹੈ। ਹਉਮੈ ਕਰ ਕਰ ਜਾਏ ਕਨੇਰੀ, ਕਰ ਆਉਗਣ ਪਛੋਤਾਵਣੇ, ਕਹਿੰਦੇ ਅਵਗਣ ਕਰ ਕਰਕੇ, ਬਸ ਅਵਗਣ ਕਰ ਕਰਕੇ ਪਛਤਾਉਂਦਾ ਇਨਸਾਨ, ਕਿਉਂਕਿ ਖਿੱਚ ਹੈਗੀ ਆ, ਇਹ ਖਿੱਚ ਪਾਈ ਹੋਈ ਹੈ ਸਰੀਰ ਦੇ ਅੰਦਰ। ਮਾਲਕ ਨੇ ਸਾਰੇ ਜਿਹੜੇ ਹੈਗੇ ਆਪਾਂ ਨੂੰ ਦਿੱਤਾ ਹੋਇਆ ਇਹ ਸਾਰਾ ਜਿਹੜੇ ਮੈਟਰ ਦੇ ਨਾਲ, ਰਸਾਂ ਕਸਾਂ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਖੁਸ਼ੀ ਆਉਂਦੀ ਹੈ। ਆਹੀ ਖਿੱਚ ਹੈ, ਇਹਦੇ ਅਧੀਨ ਆ ਕੇ ਆਪਾਂ ਜਿਹੜੇ ਹੈਗੇ ਪਾਪ ਪੁੰਨ ਦਾ ਪਤਾ ਨਹੀਂ ਹੁੰਦਾ ਤੇ ਅਵਗੁਣ ਕਰ ਜਾਂਦੇ, ਪਾਪ ਕਰ ਜਾਂਦੇ। ਕਰ ਅਵਗੁਣ ਪਛਤਾਵਣੇ, ਫਿਰ ਪਛਤਾਉਣੇ ਆਪਾਂ, ਕਿਉਂਕਿ ਸਭਨਾ ਕਾ ਦਰ ਲੇਖਾ ਹੋਏ, ਲੇਖਾ ਤਾਂ ਸਾਰਿਆਂ ਦਾ ਹੋਣਾ ਹੈ ਨਾ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਜਿਹੜਾ ਹੁਕਮ ਪਛਾਣ ਲੈਂਦਾ ਹੈ ਭਾਈ ਕਾਦੇ ਵਾਸਤੇ ਇਹ ਸਾਰਾ ਕੁਛ ਹੈਗਾ। ਜਿਹਨੂੰ ਇਹ ਪਤਾ ਲੱਗ ਜਾਂਦਾ ਹੈ ਭਾਈ ਮੈਂ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਤਾਂ ਮੈਨੂੰ ਆਹ ਚੀਜ਼ਾਂ ਦੇ ਨਾਲ ਮੈਂ ਤਾਂ ਕੈਦ ਦੇ ਵਿੱਚ ਹਾਂ, ਮੈਂ ਤਾਂ ਲਿਬਰੇਟ ਹੋਣਾ ਹੈ, ਮੈਂ ਤਾਂ ਸਰੀਰ ਨਹੀਂ ਹੈਗਾ, ਮੈਂ ਤਾਂ ਆਤਮਾ ਹੈਗਾ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਜਿਹੜਾ ਉਹ ਫਿਰ ਭਗਤੀ ਕਰਨੀ ਸ਼ੁਰੂ ਕਰ ਦਿੰਦਾ ਹੈ, ਜਿਹੜਾ ਹੁਕਮ ਪਛਾਣ ਲੈਂਦਾ ਹੈ। ਔਰ ਭਗਤੀ ਦੇ ਦੁਆਰਾ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇਹ ਜਿਹੜੀ ਹੈ ਸਾਰੀ ਮੈਲ ਜਿਹੜੀ ਹੈ ਕਾਰਨ ਚੀਜ਼ ਜੋ ਹੈ, ਜੋ ਖਿੱਚ ਹੈਗੀ ਕਾਰਨ ਚੀਜ਼, ਜੋ ਸੰਸਕਾਰ ਬਣ ਗਏ ਆ ਮਾਇਆ ਦੇ ਆਪਣੇ ਮਨ ਦੇ ਆਤਮਾ ਦੇ ਉੱਤੇ, ਮਨ ਰੂਪੀ ਜਿਹੜੇ ਹੈਗੇ ਉਹ ਫਿਰ ਘਟਣੇ ਸ਼ੁਰੂ ਹੋ ਜਾਂਦੇ ਆ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਗੁਰ ਕੇ ਸ਼ਬਦ ਨਾਮ ਨਿਸ਼ਾਨੇ, ਉਹ ਜਿਹੜਾ ਹੈਗਾ ਹਰ ਗੁਣ ਵਖਾਣੇ ਜਿਹੜੇ ਹੈਗੇ, ਹਰ ਗੁਣ ਨੂੰ ਵਖਾਣਨਾ ਇਹ ਬਹੁਤ ਹੀ ਵਾਈਡ ਮੀਨਿੰਗ ਹੈ ਇਹਦਾ। ਇਹ ਜਿਹੜੀ ਹੈਗੀ ਗੁਰੂ ਦੀ ਮੱਤ ਲੈ ਕੇ ਫਿਰ ਉਹ ਸ਼ਬਦ ਦੇ ਨਾਲ ਜੁੜਨਾ, ਸ਼ਬਦ ਅਭਿਆਸ ਕਰਨਾ, ਐਸਾ ਕੀਰਤਨ ਕਰ ਮਨ ਮੇਰੇ, ਉਹ ਸਾਰਾ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਹਰ ਗੁਣ ਵਖਾਣੇ ਇਹਦੇ ਵਿੱਚ ਆ ਜਾਂਦਾ ਹੈ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਗੁਰ ਕੇ ਸ਼ਬਦ ਨਾਮ ਨਿਸ਼ਾਨੇ, ਫਿਰ ਉਹ ਗੁਰੂ ਦੇ ਸ਼ਬਦ ਦੇ ਨਾਲ ਆਟੋਮੈਟਿਕਲੀ ਉਹਨਾਂ ਦੇ ਅੰਦਰ ਉਹ ਸ਼ਬਦ ਚੱਲ ਪੈਂਦਾ ਹੈ ਔਰ ਉਹਨਾਂ ਦੇ ਨਾਮ ਦਾ ਨਿਸ਼ਾਨ ਆ ਜਾਂਦਾ ਹੈ। ਨਾਮੇ ਨਿਸ਼ਾਨੇ, ਨਾਮ ਦੇ ਦੁਆਰਾ ਨਿਸ਼ਾਨ ਪੈ ਜਾਂਦਾ ਹੈ, ਮਾਲਕ ਪਰਮਾਤਮਾ ਦੀ ਦਰਗਾਹ ਦਾ ਨਿਸ਼ਾਨ ਪੈ ਜਾਂਦਾ ਹੈ। ਸਭਨਾ ਕਾ ਦਰ ਲੇਖਾ ਸੱਚਾ ਹੈ, ਛੁੱਟ ਸੇ ਨਾਮ ਸੁਹਾਵਣਿਆ, ਕਹਿੰਦੇ ਸਾਰਿਆਂ ਦਾ ਲੇਖਾ ਹੈਗਾ ਭਾਈ, ਸਾਰੇ ਲਿਖਤ ਦੇ ਵਿੱਚ ਹੈਗੇ, ਸਾਰੇ ਲਿਖਤ ਦੇ ਵਿੱਚ ਹੈਗੇ। ਉਹ ਛੁੱਟਦੇ ਆ ਜਿਹੜੇ ਆਪਣੇ ਜੀਵਨ ਨੂੰ ਨਾਮ ਦੇ ਦੁਆਰਾ ਸੁਹਾਵਣਾ ਬਣਾ ਲੈਂਦੇ ਆ, ਸੋਹਣਾ ਬਣਾ ਲੈਂਦੇ। ਮਨਮੁਖ ਭੂਲਾ ਠੌਰ ਨਾ ਪਾਏ, ਹੁਣ ਜਦ ਤੱਕ ਆਪਾਂ ਮਨ ਦੇ ਪਿੱਛੇ ਹੈਗੇ ਆ, ਮਨਮੁਖ ਕਹਿੰਦਾ ਫਿਰ ਭੁੱਲਿਆ ਹੋਇਆ ਪਾਏ,
ਕਿਉਂਕਿ ਮਨ ਨੇ ਜਿਹੜਾ ਹੈਗਾ, ਮਨ ਨੇ ਮੈਟਰ ਹੈਗਾ, ਮਨ ਤਾਂ ਬਣਿਆ ਹੀ ਜਿਹੜਾ ਹੈਗਾ ਮੈਲ ਦੇ ਨਾਲ ਹੈਗਾ। ਮਨ ਤਾਂ ਹੈ ਹੀ ਸੰਸਕਾਰਾਂ ਦੇ ਨਾਲ ਬਣਿਆ ਹੋਇਆ। ਇਹਨੇ ਜਿਹੜਾ ਹੈਗਾ ਉਸੇ ਮੈਲ ਵੱਲ ਜਿਹੜਾ ਹੈਗਾ, ਉਸੇ ਮੈਲ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ, ਇਹਨੇ ਰੱਜਣਾ ਹੀ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ। ਮਨਮੁਖ ਭੂਲਾ ਠੌਰ ਨਾ ਪਾਏ, ਕਹਿੰਦੇ ਉਹ ਠੌਰ ਨਹੀਂ ਪਾਉਂਦਾ ਪਾਏ। ਉਹਨੂੰ ਜਿਹੜਾ ਹੈਗਾ ਇਹ ਚੱਲ ਜਿਹੜਾ ਹੈਗਾ, ਕਿਉਂਕਿ ਇਹ ਸਰੀਰ ਜਿਹੜਾ ਹੈਗਾ ਆਪਣਾ ਇਹ ਚਾਂਸ ਜਿਹੜਾ ਮਿਲਿਆ ਹੋਇਆ ਇਹ ਲਿਮਿਟਿਡ ਹੈਗਾ, ਥੋੜਾ ਸਮੇਂ ਵਾਸਤੇ ਹੈਗਾ। ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਜੇ ਆਪਣੇ ਕਰਮ ਹੈਗੇ ਉਹੇ ਜੇ ਆਪਾਂ ਉਹੇ ਜਿਹਾ ਭਾਂਡਾ ਲੱਭ ਜਾਂਦਾ ਆਪਾਂ ਨੂੰ। ਔਰ ਇੱਕ ਜਿਹੜੀ ਜੂਨ ਜਿਹੜੀ ਹੈਗੀ ਪ੍ਰੇਤ ਦੀ ਜੂਨ ਵੀ ਹੈਗੀ, ਬਗੈਰ ਭਾਂਡੇ ਤੋਂ ਹੀ। ਮਨਮੁਖ ਭੂਲਾ ਠੌਰ ਨਾ ਪਾਏ, ਜਮ ਦਰੇ ਬੱਦਾ ਚੋਟਾਂ ਖਾਏ। ਕਹਿੰਦੇ ਬੰਨ ਕੇ ਇਹ ਅਵਗੁਣਾਂ ਦੇ ਨਾਲ, ਕਾਰਨ ਸਰੀਰ ਦੇ ਨਾਲ ਬੰਨਿਆ ਹੋਇਆ ਹੈ, ਜਮ ਦੇ ਦਰ ਤੇ ਚੋਟਾਂ ਖਾਂਦਾ ਹੈ। ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਆਵਣਿਆ। ਨਾਮ ਤੋਂ ਬਗੈਰ ਕਹਿੰਦੇ ਕੋਈ ਸੰਗੀ ਸਾਥੀ ਨਹੀਂ ਹੈ ਪਿਆਰਿਓ। ਇਹ ਸ਼ਬਦ ਅਭਿਆਸ, ਧਿਆਨ ਸਿਮਰਨ ਜਿਹੜਾ ਹੈਗਾ, ਪ੍ਰੇਮਾ ਭਗਤੀ, ਇਸ ਤੋਂ ਬਗੈਰ ਕੋਈ ਸੰਗੀ ਸਾਥੀ ਨਹੀਂ ਹੈ। ਮੁਕਤੇ ਨਾਮ ਤੇ ਆਵਣਿਆ, ਮੁਕਤ ਉਹ ਹੋਣਗੇ ਜਿਹੜੇ ਨਾਮ ਨੂੰ ਧਿਆਨ, ਨਾਮ ਵੱਲ ਧਿਆਨ ਲਗਾਉਂਦੇ ਆ, ਜਿਹੜੇ ਪਰਮੇਸ਼ਰ ਦੇ ਨਾਮ ਦੇ ਵੱਲ ਜਿਹੜੇ ਹੈਗੇ, ਨਾਮ ਪਦਾਰਥ ਦੇ ਜਿਹੜੇ ਹੈਗੇ ਚਾਹੀਏ ਹੋ ਜਾਂਦੇ ਆ। ਸਾਕਤ ਕੂੜੇ ਸੱਚ ਨਾ ਭਾਵੈ। ਹੁਣ ਜਿਹੜੇ ਹੈਗੇ ਮਨਮੁਖ ਹੈਗੇ ਜਿਹੜੇ, ਉਹ ਸਾਕਤ ਆ, ਰੱਬ ਤੋਂ ਟੁੱਟੇ ਹੋਏ ਆ। ਕਹਿੰਦੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਇਹ ਧਿਆਨ ਸਿਮਰਨ, ਨਹੀਂ ਚੰਗਾ ਲੱਗਦਾ ਨਿਕਲਣਾ, ਇਸ ਖੇਡ ਚੋਂ ਬਾਹਰ ਨਿਕਲਣਾ ਨਹੀਂ ਚੰਗਾ ਲੱਗਦਾ। ਉਹ ਖੇਡ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ। ਉਹਨਾਂ ਨੂੰ ਇਹ ਸੱਚ ਚੰਗਾ ਨਹੀਂ ਲੱਗਦਾ। ਇੰਨਾ ਜ਼ਿਆਦਾ ਜਿਹੜੀ ਹੈਗੀ ਮਾਇਆ, ਇੰਨਾ ਜ਼ਿਆਦਾ ਜਿਹੜਾ ਹੈਗਾ ਇਹ ਕਾਲ, ਇਹਦਾ ਜਾਲ ਜਿਹੜਾ ਹੈਗਾ ਉਹ ਇੰਨਾ ਉਹਨਾਂ ਦੇ ਉੱਤੇ ਛਾ ਜਾਂਦਾ ਹੈ, ਇੰਨੇ ਫਸ ਜਾਂਦੇ ਆ, ਇੰਨੇ ਗਲਤਾਨ ਹੋ ਜਾਂਦੇ ਆ। ਸਾਕਤ ਕੂੜੇ ਸੱਚ ਨਾ ਭਾਵੈ, ਦੁਬਦਾ ਬਾਂਦਾ ਆਵੇ ਜਾਵੇ। ਕਹਿੰਦੇ ਦੁਬਦਾ ਦੇ ਵਿੱਚ ਫਸਿਆ ਹੋਇਆ, ਡੁਆਲਿਟੀ ਦੇ ਵਿੱਚ ਫਸਿਆ ਹੋਇਆ ਆ। ਔਰ ਇਹਦੇ ਨਾਲ ਕੀ ਹੁੰਦਾ ਹੈ, ਆਉਂਦਾ ਜਾਂਦਾ ਹੈ ਭਾਈ, ਆਉਂਦਾ ਜਾਂਦਾ ਹੈ। ਇਹ ਜਨਮ ਮਰਨ ਦਾ ਗੇੜ ਐਵੇਂ ਹੀ ਚੱਲਦਾ ਰਹਿੰਦਾ ਹੈ। ਲਿਖਿਆ ਲੇਖ ਨਾ ਮੇਟੇ ਕੋਈ, ਗੁਰਮੁਖ ਮੁਕਤ ਕਰਾਵਣਿਆ। ਕਹਿੰਦੇ ਆਹ ਲਿਖ ਤਾਂ ਆਪ ਹੀ ਲਿਖ ਰਿਹਾ ਭਾਈ, ਆਪ ਹੀ ਲਿਖ ਰਿਹਾ ਹੈ, ਤੇ ਇਹਨੂੰ ਕੋਈ ਮਿਟਾ ਨਹੀਂ ਸਕਦਾ ਭਾਈ। ਮਿਟ ਸਕਦਾ ਹੈ ਜੇ ਉਹ ਗਿਆਨ ਮਿਲ ਜਾਏ ਉਹਨੂੰ, ਜੇ ਉਹ ਮਨਮੁਖ ਤੋਂ ਜਿਹੜਾ ਹੈਗਾ ਗੁਰਮੁਖ ਸਿਸਟਮ ਦੇ ਵਿੱਚ ਆ ਜਾਏ ਤੇ ਮੁਕਤ ਹੋ ਸਕਦਾ ਹੈ। ਲਿਖਿਆ ਲੇਖ ਨਾ ਮੇਟੇ ਕੋਈ, ਗੁਰਮੁਖ ਹੈ ਮੁਕਤ ਕਰਾਵਣਿਆ। ਪਈ ਅੜੇ ਫਿਰ ਜਾਤੋ ਨਾਹੀ। ਹੁਣ ਆਪਾਂ ਪੇਕੇ ਘਰ ਦੇ ਵਿੱਚ ਆ, ਸੰਸਾਰ ਦੇ ਵਿੱਚ ਮਨੁੱਖੀ ਜੂਨ ਹੈ, ਪੇਕੇ ਘਰ ਦੇ ਵਿੱਚ ਆ। ਇੱਥੇ ਗੁਰੂ ਹੈਗਾ ਆਪਣਾ ਪਿਤਾ। ਕਹਿੰਦੇ ਪਰਮਾਤਮਾ ਨੂੰ ਨਹੀਂ ਜਾਣਿਆ, ਭਗਤੀ ਵਾਲੀ ਗੱਲ ਨਹੀਂ ਸਮਝੀ, ਗੁਰੂ ਦਾ ਗਿਆਨ, ਗੁਰੂ ਦੀ ਮੱਤ ਨਹੀਂ ਲਈ। ਝੂਠ ਵਿਛੁੰਨੀ ਰੋਵੇ ਤਾਹੀ, ਝੂਠ ਦੇ ਨਾਲ ਫਿਰ ਜਿਹੜੀ ਹੈ ਵਿਛੜੀ ਹੋਈ ਹੈ, ਫਿਰ ਤਾਂ ਮਾਰ ਕੇ ਰੋਂਦੀ ਆ ਜਦ ਲੇਖਾ ਹੁੰਦਾ ਹੈ, ਜਦ ਜੂਨਾਂ ਦੇ ਵਿੱਚ ਪੈਂਦਾ ਹੈ। ਅਵਗੁਣੇ ਮੁੱਠੀ ਮਹਿਲ ਨਾ ਪਾਏ। ਅਵਗੁਣਾਂ ਦੇ ਨਾਲ ਜਿਹੜੀ ਹੈਗੀ ਆ ਠੱਗੀ ਗਈ, ਲੁੱਟੀ ਗਈ, ਕਹਿੰਦੇ ਮਹਿਲ ਨਹੀਂ ਪਾ ਸਕਦੀ। ਅਵਗਣ ਗੁਣ ਬਖਸ਼ਾਵਣਿਆ। ਅਵਗਣ ਜਿਹੜੇ ਹੈਗੇ ਬਖਸ਼ ਸਕਦਾ ਹੈ, ਨਿਕਲ ਸਕਦਾ ਹੈ। ਬਖਸ਼ ਦੇਣਾ ਕੀ ਹੁੰਦਾ ਹੈ, ਬਖਸ਼ਤਾ ਬਸ ਮਾਫ ਕਰਤਾ। ਕੋਈ ਨਹੀਂ, ਕਿਸੇ ਨੇ ਗਲਤੀ ਕੀਤੀ ਆ, ਉਹਨੇ ਆਪਣੀ ਗਲਤੀ ਐਡਮਿਟ ਕਰਤੀ, ਅਗਲਾ ਕਹਿੰਦਾ ਚੱਲ ਬਖਸ਼ ਦਿੱਤਾ, ਛੱਡ। ਆਹੀ ਮਾਲਕ ਪਰਮਾਤਮਾ ਵੀ ਇਹੀ ਕੁਛ ਕਰਦਾ ਹੈ। ਉਹ ਥੋੜੀ ਨਾ ਲੇਖਾ ਲੈਂਦਾ ਹੈ। ਉਹ ਕਹਿੰਦਾ ਗੁਣ ਲਿਆ, ਬਸ ਸਿੱਧੇ ਰਸਤੇ ਪੈ, ਬਸ ਉਸੇ ਵੇਲੇ ਤੇਰਾ ਬੈਕ ਮੈਂ ਸਾਰਾ ਕਲੀਅਰ ਕਰ ਦੇਣਾ। ਅਵਗਣ ਮੁੱਠੀ ਮਹਿਲ ਨਾ ਪਾਏ। ਅਵਗਣ ਗੁਣੇ ਬਖਸ਼ਾਵਣਿਆ। ਗੁਣ ਦੇ ਨਾਲ ਅਵਗੁਣ ਬਖਸ਼ ਸਕਦੇ ਆ ਭਾਈ। ਜੇ ਗੁਣ ਆ ਗਏ ਆਪਣੇ ਅੰਦਰ ਤੇ ਅਵਗੁਣ ਆਪਣੇ ਆਪ ਬਖਸ਼ੇ ਗਏ। ਪਈ ਅੜੇ ਜਿਹਨੇ ਪਿਆਰਾ, ਜਿਹਨੇ ਜਾਤਾ ਪਿਆਰਾ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਉਹ ਮਾਲਕ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼, ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ। ਪਈ ਅੜੇ ਜਿਹਨੇ ਜਾਤਾ ਪਿਆਰਾ, ਕਿਵੇਂ ਜਾਣ ਲਿਆ? ਗੁਰਮੁਖੇ ਬੂਝੇ ਤਤ ਵਿਚਾਰਾ। ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ ਤਤ ਵਸਤੂ ਪਾਈ। ਤਤ ਵਸਤੂ ਤਾਂ ਆ ਹੈਗੀ,
ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ, ਸਵਾਦਾਂ ਦਾ, ਰਸਾਂ ਕਸਾਂ ਦਾ, ਜੋ ਦੁਨੀਆ ਦੇ ਪਦਾਰਥ ਹੈਗੇ ਮੈਟਰ ਦਾ, ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈਗਾ। ਪਈ ਅੜੇ ਜਿਨ ਜਾਤਾ ਪਿਆਰਾ, ਗੁਰਮੁਖ ਬੂਝੇ ਤਤ ਵਿਚਾਰਾ, ਆਵਣ ਜਾਣਾ ਠਾਕ ਰਹਾ ਹੈ, ਸੱਚੇ ਨਾਮ ਸਮਾਵਣਿਆ। ਕਹਿੰਦੇ ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ, ਬਸ ਠਾਕਿਆ ਗਿਆ, ਸੱਚੇ ਨਾਮ ਦੇ ਵਿੱਚ ਸਮਾਇਆ ਹੋਇਆ ਹੈ। ਉਹਨੂੰ ਉਹ ਸੱਚੇ ਨਾਮ ਦੇ ਵਿੱਚ ਸਮਾਇਆ ਹੋਇਆ ਹੈ। ਗੁਰਮੁਖੇ ਬੂਝੇ ਅਕਥ ਕਹਾਵੈ। ਇਸ ਤਰੀਕੇ ਦੇ ਨਾਲ ਗੁਰੂ ਦੇ ਰਾਹੀਂ ਜਿਹੜਾ ਬੁੱਝ ਲੈਂਦਾ ਆ, ਉਹ ਫਿਰ ਅਕਥ ਨੂੰ ਕਹਾ ਦਿੰਦਾ, ਕਹਾਉਂਦਾ ਹੈ। ਅਕਥ ਕਥਾ ਹੈ, ਉਹਨੂੰ ਇਹ ਅਕਥ ਕਥਾ ਪਤਾ ਲੱਗ ਜਾਂਦੀ ਹੈ। ਅਕਥ ਦੀ ਕਥਾ, ਜਿਹੜੀ ਨਹੀਂ ਕਥੀ ਜਾਣ ਵਾਲੀ ਗੱਲ, ਜਿਹੜੀ ਕਾਗਜ਼ਾਂ ਦੇ ਵਿੱਚ, ਜਿਹੜੀ ਅੱਖਰਾਂ ਦੇ ਵਿੱਚ ਨਹੀਂ ਆ ਸਕਦੀ, ਉਹ ਤਾਂ ਪ੍ਰੈਕਟੀਕਲ ਕਰਕੇ ਅਕਥ ਨੂੰ ਕਹਾਉਣਾ ਹੈ ਭਾਈ। ਉਹ ਤਾਂ ਕਥਿਆ ਹੀ ਨਹੀਂ ਜਾ ਸਕਦਾ, ਉਹ ਅੱਖਰਾਂ ਦੇ ਵਿੱਚ ਹੈ ਹੀ ਨਹੀਂ। ਖੇਡ ਅੱਖਰਾਂ ਦੇ ਵਿੱਚ ਥੋੜੀ ਨਾ ਹੈਗੀ ਹੈ। ਧਿਆਨ ਸਿਮਰਨ ਵਾਲੀ ਖੇਡ ਹੈ ਅੱਖਰਾਂ ਦੇ ਵਿੱਚ ਕਿੱਥੇ ਹੈਗੀ? ਕੀ ਹੁੰਦਾ ਆਪਾਂ ਜਿਹੜੇ ਹੈਗੇ ਜਦ ਅੰਦਰ ਵੜਦੇ ਆ, ਵਿਚਾਰ ਬੰਦ ਕਰਦੇ ਆ, ਤੇ ਕਿਸ ਤਰ੍ਹਾਂ ਆਪਾਂ ਚੇਂਜ ਹੁੰਦੇ ਆ, ਕਿਵੇਂ ਆਪਣੇ ਗੁਣ ਆਉਂਦੇ ਆ। ਗੁਰਮੁਖੇ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਉਹ ਸੱਚਾ ਹੈ ਮਾਲਕ ਪਰਮਾਤਮਾ, ਉਹ ਵੀ ਸੱਚੇ ਹੋ ਜਾਂਦੇ ਆ ਤੇ ਮਾਲਕ ਨੂੰ ਪਾ ਜਾਂਦੇ ਆ ਭਾਈ। ਸੱਚੇ ਮਾਲਕ ਨੂੰ ਤਾਂ ਸੱਚ ਪਾਉਂਦਾ ਹੈ ਭਾਈ। ਉਹ ਕਹਿੰਦਾ ਸੱਚ ਦੇ ਨਾਲ ਜੁੜ, ਸੱਚ ਤੇਰੀ ਆਤਮਾ ਹੈਗੀ, ਬਾਕੀ ਫੈਬਰੀਕੇਟਡ ਹੈਗਾ। ਸੱਚੇ ਠਾਕੁਰ ਸਾਚੋ ਪਾਵੈ, ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੇ ਗੁਣ ਗਾਵਣਿਆ। ਹੇ ਮੇਰੇ ਮਾਲਕਾ, ਬਸ ਮੇਰੀ ਬੇਨਤੀ ਹੈਗੀ, ਮੈਨੂੰ ਸੱਚ ਦੇ ਨਾਲ ਜੋੜ ਦੇ। ਮੈਂ ਜਿਹੜਾ ਹੈਗਾ ਸੱਚ, ਮੈਨੂੰ ਸੱਚ ਮਿਲ ਜਾਏ, ਮੈਂ ਆਤਮਾ ਦੇ ਵਿੱਚ ਲੀਨ ਹੋ ਜਾਵਾਂ, ਮੈਂ ਪ੍ਰੇਮਾ ਭਗਤੀ ਕਰਕੇ ਆ ਗੁਣ ਗਾ ਕੇ ਜਿਹੜਾ ਹੈਗੇ, ਗੁਣ ਗਾਉਣੇ ਕੀ ਹੈ, ਸਾਰੀ ਦੀ ਸਾਰੀ ਯਾਤਰਾ ਗੁਣ ਗਾਉਣੇ ਹੀ ਆ ਭਾਈ। ਇਹ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕਰਕੇ, ਆਪਣੇ ਅੰਦਰ ਵਿਚਾਰ ਬੰਦ ਕਰਕੇ ਮੈਂ ਸੱਚ ਦੇ ਵਿੱਚ ਸਮਾ ਸਕਾਂ। ਮੇਰੇ ਉੱਤੇ ਮਿਹਰ ਕਰ, ਮੇਰੀ ਬੇਨਤੀ ਹੈ। ਅੱਗੇ ਹੁਣ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਸ਼ੁਰੂ ਹੋ ਰਹੀਆਂ ਜੀ। ਇੱਕੋ ਹੀ ਸੀਗੀ ਪਹਿਲੀ ਪਾਤਸ਼ਾਹੀ ਦੀ। ਮਾਝ ਮਹੱਲਾ ਤੀਜਾ, ਘਰ ਪਹਿਲਾ, ਕਰਮ ਹੋਵੈ ਸਤਿਗੁਰੂ ਮਿਲਾਏ। ਬਸ ਦੇਖ ਲਓ, ਆ ਬਖਸ਼ਿਸ਼ ਹੈ ਮਾਲਕ ਪਰਮਾਤਮਾ ਦੀ। ਜਿਹੜਾ ਚਾਹੁੰਦਾ ਹੈਗਾ ਉਹ ਮਾਲਕ ਪਰਮਾਤਮਾ ਮਿਹਰ ਕਰ ਦਿੰਦਾ ਹੈ, ਸਤਿਗੁਰੂ ਮਿਲ ਜਾਂਦਾ ਹੈ ਉਹਨੂੰ। ਫਿਰ ਕੀ ਕਰਦਾ ਹੈ ਸਤਿਗੁਰੂ? ਸੇਵਾ ਸੁਰਤ ਸ਼ਬਦ ਚਿੱਤ ਲਾਏ। ਦੇਖ ਲਓ ਭਾਈ, ਸੇਵਾ ਕਰਨੀ, ਗੁਰੂ ਕਹਿੰਦਾ ਸੇਵਾ ਕਰ ਪਿਆਰਿਆ, ਸੁਰਤ ਦੇ ਨਾਲ ਸੇਵਾ ਕਰ, ਸ਼ਬਦ ਦੇ ਨਾਲ ਜੁੜ ਜਾ, ਚਿੱਤ ਲਗਾ ਦੇ। ਸੇਵਾ ਸੁਰਤ ਸ਼ਬਦੇ ਚਿੱਤ ਲਾਏ, ਸੁਰਤ ਦੇ ਨਾਲ, ਸ਼ਬਦ ਦੇ ਨਾਲ ਚਿੱਤ ਲਗਾ ਆਪਣਾ, ਆ ਸੇਵਾ ਕਰ। ਕਰਮ ਹੋਵੇ ਸਤਿਗੁਰੂ ਮਿਲਾਏ। ਔਰ ਆ ਦੇਖ ਲਓ ਅਗਲੇ ਲਾਈਨ ਦੇ ਵਿੱਚ ਸਤਿਗੁਰੂ ਨੇ ਕੀ ਕਿਹਾ ਕਰਨ ਵਾਸਤੇ। ਕਰਮ ਹੋਵੇ ਸਤਿਗੁਰੂ ਮਿਲਾਏ, ਮਾਲਕ ਨੇ ਮਿਲਾਉਣਾ ਹੈ, ਸਤਿਗੁਰੂ ਨੇ ਬਖਸ਼ਿਸ਼ ਮਾਲਕ ਨੇ ਕਰਨੀ ਹੈ। ਚੁਆਇਸ ਆਪਣੀ ਹੈਗੀ, ਡਿਮਾਂਡ ਆਪਣੀ ਹੈਗੀ, ਪੁਕਾਰ ਆਪਣੀ ਹੈਗੀ, ਬੇਨਤੀ ਆਪਣੀ ਹੈਗੀ, ਭਿੱਖਿਆ ਆਪਾਂ ਨੇ ਮੰਗਣੀ ਹੈ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿੱਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਬਸ ਕਹਿੰਦੇ ਹਉਮੈ ਹੀ ਹੈਗੀ ਮੇਨ ਚੀਜ਼ ਪਿਆਰਿਆ। ਹਉਮੈ ਕਰਕੇ ਤੂੰ ਸਮਝਦਾ ਸਰੀਰ ਹੈ, ਇਸ ਕਰਕੇ ਭੋਗ ਵਿਲਾਸ ਦੇ ਵਿੱਚ ਲੱਗ ਗਿਆ ਬਸ, ਕਿਉਂਕਿ ਇਹ ਹਉਮੈ ਹੈ ਤੇਰੀ, ਆਹੀ ਤਾਂ ਹਉਮੈ ਹੈਗੀ। ਮੈਂ, ਬਸ ਮੈਂ ਸਰੀਰ, ਮੈਂ ਆ ਸਾਰਾ ਕੁਛ, ਇਹਨੂੰ ਮਾਰਨਾ ਪਊਗਾ ਭਾਈ, ਤਾਂ ਸੁਖੀ ਹੋ ਸਕਦਾ ਹੈ। ਆਹੀ ਖੇਡ ਹੈਗੀ ਆ, ਇੰਨੀ ਖੇਡ ਹੈ, ਇਹੀ ਜਿਹੜੀ ਹੈਗੀ ਆ ਆਤਮਾ ਦੇ ਵਿੱਚ ਰੁਕਾਵਟ ਹੈਗੀ ਆ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਕਹਿੰਦੇ ਹਮੇਸ਼ਾ ਵਾਸਤੇ ਸੁਖ ਪ੍ਰਾਪਤ ਕਰਨਾ ਹੈ ਤੇ ਹਉਮੈ ਨੂੰ ਹਟਾਉਣਾ ਪੈਣਾ ਹੈ ਭਾਈ। ਤੂੰ ਸਰੀਰ ਨਹੀਂ ਹੈਗਾ, ਤੂੰ ਸਰੀਰ ਨਹੀਂ ਹੈਗਾ, ਤੂੰ ਕਰਤਾ ਨਹੀਂ ਹੈਗਾ। ਹਉਮੈ ਮਾਰ ਸਦਾ ਸੁਖ ਪਾਇਆ। ਜੋ ਤੇਰੇ ਕੋਲ ਜਿਹੜੇ ਸਾਧਨ ਦਿੱਤੇ ਆ, ਉਹ
ਉਹ ਜਿਹੜੇ ਹੈਗੇ ਆ ਤੈਨੂੰ ਭੂਲ ਭੁਲੇਖੇ 'ਚ ਪਾਉਣ ਵਾਸਤੇ ਦਿੱਤੇ ਆ। ਉਹਨਾਂ ਦੇ ਨਾਲ ਉਹਨਾਂ ਨੂੰ ਭਗਤੀ ਦੇ ਵਿੱਚ ਲਾਉਣਾ ਹੈ, ਭਗਤੀ ਵੱਲ ਨੂੰ ਲਾਉਣਾ ਹੈ, ਉਹਨਾਂ ਦੇ ਨਾਲ ਭਗਤੀ ਕਰਨੀ ਹੈ। ਸਰੀਰ ਦਿੱਤਾ ਹੈ, ਭਗਤੀ ਕਰਨੀ, ਇਹ ਨਿਕਲਣ ਦੇ ਵਾਸਤੇ ਦਿੱਤਾ ਹੈ ਇਸ ਖੇਡ ਚੋਂ, ਇਸ ਕਾਰਨਸ਼ੀਲ ਨੂੰ ਨਸ਼ਟ ਕਰਨ ਦੇ ਵਾਸਤੇ ਦਿੱਤਾ ਹੈ। ਇਹ ਹਉਮੈ ਨੂੰ ਮਾਰਨ ਵਾਸਤੇ ਦਿੱਤਾ ਹੈ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਇਸ ਤਰੀਕੇ ਦੇ ਨਾਲ ਮਾਇਆ ਦਾ ਮੋਹ ਜਿਹੜਾ ਹੈਗਾ ਚੁੱਕ ਜਾਂਦਾ ਹੈ। ਹਉ ਵਾਰੀ ਜਿਉ ਵਾਰੀ ਸਤਿਗੁਰ ਕੇ ਬਲ ਹਾਰਣਿਆ। ਕਹਿੰਦੇ ਮੈਂ ਤਾਂ ਵਾਰੀ ਹਾਂ ਭਾਈ, ਮੈਂ ਆਪਣੇ ਆਪ ਨੂੰ ਵਾਰ ਦੇਵਾਂ, ਆਪਣੀ ਹਉਮੈ ਨੂੰ ਵਾਰ ਦੇਵਾਂ, ਜਿਉ ਨੂੰ ਵਾਰ ਦੇਵਾਂ। ਮੈਂ ਸਤਿਗੁਰ ਕੇ ਬਲ ਹਾਰਣਿਆ, ਜੋ ਕੁਛ ਵੀ ਮੈਨੂੰ ਦਿੱਤਾ ਹੈ ਮਾਲਕ ਪਰਮਾਤਮਾ ਨੇ, ਮੈਂ ਸਾਰਾ ਸਤਿਗੁਰੂ ਤੋਂ ਬਲਿਹਾਰ ਜਾਣਾ, ਸਤਿਗੁਰੂ ਤੋਂ ਵਾਰ ਦੇਵਾਂ। ਸਾਰਾ ਜਿਹੜਾ ਹੈਗਾ ਮੈਂ ਗੁਰੂ ਦੇ ਵੱਲ ਜਿਹੜਾ ਹੈਗਾ, ਗੁਰੂ ਦੀ ਮੱਤ ਲੈਣ ਵਾਸਤੇ ਜਿਹੜਾ ਹੈਗਾ, ਗੁਰੂ ਦੇ ਅਨੁਸਾਰ ਜਿਹੜਾ ਹੈਗਾ ਕਾਰਵਾਈ ਕਰਨ ਦੇ ਵਾਸਤੇ ਲਾ ਦੇਵਾਂ। ਆ ਹੋ ਗਿਆ ਹਉਮੈ ਵਾਰੀ ਜਿਉ ਵਾਰੀ ਸਤਿਗੁਰ ਕੇ ਬਲਿਹਾਰਣਿਆ। ਗੁਰਮਤੀ ਪ੍ਰਗਾਸ ਵਾਜੀ ਅਨਦਿਨ ਹਰ ਗੁਣ ਗਾਵਣਿਆ ਰਹਾਓ। ਬਸ ਗੁਰੂ ਦੀ ਮੱਤ ਲੈ ਲਈ ਤੇ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਕੀ ਹੈ? ਆਤਮਾ ਤੱਕ ਸੁਰਤ ਚਲੀ ਗਈ। ਜੋਤ ਪ੍ਰਕਾਸ਼, ਜੋਤ ਆਤਮਾ ਹੈਗੀ, ਉਹਦਾ ਪ੍ਰਕਾਸ਼ ਹੋ ਗਿਆ। ਕਾਰਨ ਸ਼ਰੀਰ ਜਿਹੜੀ ਕਾਲਕ ਜਿਹੜੀ ਹੈ ਉਤਰ ਗਈ, ਜਿਹੜੀ ਆਤਮਾ ਦੇ ਦੁਆਲੇ ਕਾਲਕ ਚੜੀ ਹੋਈ ਸੀਗੀ, ਚਾਰੋਂ ਪਾਸੇ ਘੇਰਿਆ ਹੋਇਆ ਸੀਗਾ। ਸੁਰਤ ਜਿਹੜੀ ਹੈਗੀ ਨਹੀਂ ਜਾ ਪਾ ਰਹੀ ਸੀ ਆਤਮਾ ਤੱਕ। ਗੁਰਮਤੀ ਪ੍ਰਗਾਸ ਵਾਜੀ ਅਨਦਿਨ ਹਰ ਗੁਣ ਗਾਵਣਿਆ। ਅਨਦਿਨ ਜਿਹੜਾ ਹੈਗਾ ਇਹ ਪ੍ਰੇਮ ਭਗਤੀ ਧਿਆਨ ਸਿਮਰਨ ਕਰਨ ਦੇ ਨਾਲ ਆ ਜਿਹੜੇ ਹੈਗੇ ਖੇਡ ਜਿੱਤੀ ਜਾਂਦੀ ਹੈ। ਰਹਾਓ ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਖੈ ਠਾਕ ਰਹਾਏ। ਗੁਰ ਕੀ ਬਾਣੀ ਅਨਦਿਨ ਗਾਵੇ, ਸਹਿਜੇ ਭਗਤ ਕਰਾਵਣਿਆ। ਬਹੁਤ ਵੱਡਾ ਨੁਕਤਾ ਹੈ ਜੀ, ਬਹੁਤ ਵੱਡਾ। ਤਨ ਮਨ ਖੋਜੈ ਤਾਂ ਨਾਉ ਪਾਏ। ਦੇਖੋ ਦੋ ਚੀਜ਼ਾਂ ਇੱਥੇ ਲਿਖੀਆਂ ਹੋਈਆਂ, ਔਰ ਤਨ ਔਰ ਮਨ ਦੋਨੋਂ ਲਿਖਿਆ, ਦੋਨਾਂ ਚ ਔਂਕੜ ਲੱਗੀ ਹੋਈ ਹੈ। ਤਨ ਨੂੰ ਵੀ ਖੋਜਣਾ ਹੈ, ਮਨ ਨੂੰ ਵੀ ਖੋਜਣਾ। ਹੁਣ ਤਨ ਨੂੰ ਖੋਜਾਂਗੇ ਤੇ ਕੀ ਹੈ? ਤਨ ਦੇ ਵਿੱਚ ਤਾਂ ਜਿਹੜਾ ਹੈਗਾ ਖੂਨ ਹੈਗਾ, ਮਾਸ ਹੈਗਾ, ਹੱਡੀਆਂ ਹੈਗੀਆਂ, ਸਾਰਾ ਕੁਝ ਹੈਗਾ। ਇਹ ਤਨ ਨੂੰ ਕਿਵੇਂ ਖੋਜਣਾ ਹੈਗਾ ਔਰ ਮਨ ਨੂੰ ਕਿਵੇਂ ਖੋਜਣਾ ਹੈਗਾ? ਤਨ ਨੂੰ ਖੋਜਣਾ ਇਸ ਤਰ੍ਹਾਂ ਹੈਗਾ ਭਾਈ ਕਿ ਆਪਣੇ ਕੋਲੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦਿੱਤੀਆਂ ਹੋਈਆਂ ਮਾਲਕ ਪਰਮਾਤਮਾ ਨੇ। ਇਹ ਰੱਜਦੀਆਂ ਤਾਂ ਹੈ ਨਹੀਂ। ਜੇ ਤੇ ਜਿਹੜੇ ਪਾਸੇ ਆਪਾਂ ਲੱਗੇ ਹੋਏ, ਜੋ ਕੁਛ ਆਪਾਂ ਕਰ ਰਹੇ ਹਾਂ, ਇਹਦੇ ਵਿੱਚ ਰੱਜ ਤਾਂ ਆ ਨਹੀਂ ਰਿਹਾ। ਇਹਦੇ ਵਿੱਚ ਬਿਮਾਰੀਆਂ ਲੱਗ ਰਹੀਆਂ ਆ। ਕਿਤੇ ਜਿਹੜਾ ਹੈਗਾ ਕਿਸੇ ਕਿਸਮ ਦਾ ਚੈਨ ਨਹੀਂ ਆ ਰਿਹਾ, ਸ਼ਾਂਤੀ ਨਹੀਂ ਆ ਰਹੀ, ਖੁਸ਼ੀ ਨਹੀਂ ਆ ਰਹੀ। ਆਹ ਤੁਹਾਨੂੰ ਖੋਜਣਾ ਹੈ ਭਾਈ। ਬਈ ਇਹ ਸੈਟੀਸਫਾਈ ਨਹੀਂ ਹੋ ਪਾ ਰਿਹਾ, ਫਿਰ ਮਨ ਨੂੰ ਵੀ ਖੋਜਣਾ ਹੈ। ਮਨ ਕੀ ਹੈਗਾ? ਆਪਣੇ ਅੰਦਰ ਵੜ ਕੇ ਦੇਖਣਾ ਹੈ, ਆਪਣੇ ਅੰਦਰ ਕੀ ਵਿਚਾਰ ਚੱਲ ਰਿਹਾ, ਮੇਰਾ ਕਿੱਧਰ ਨੂੰ ਚਿੱਤ ਕਰ ਰਿਹਾ ਹੈ, ਮਨ ਮੇਰਾ ਕਿੱਥੇ ਕਿਹੜੇ ਪਾਸੇ ਨੂੰ ਖਿੱਚ ਪਾ ਰਿਹਾ ਹੈ। ਮੇਰੇ ਅੰਦਰ ਕਿੰਨੀ ਕੁ ਮੈਲ ਹੈਗੀ, ਮੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਕਿਸ ਤਰ੍ਹਾਂ ਛਾਏ ਪਏ ਆ ਮੇਰੇ ਅੰਦਰ, ਕਿੰਨੀ ਹਉਮੈ ਹੈ ਮੇਰੇ ਅੰਦਰ, ਮੈਂ ਦੂਸਰੇ ਡੁਐਲਿਟੀ ਕਿੰਨੀ ਹੈ ਮੇਰੇ ਅੰਦਰ। ਮੈਂ ਦੂਸਰੇ ਨੂੰ ਜਿਹੜਾ ਹੈਗਾ ਆਪ ਚਾਹੁੰਦਾ ਹੈ ਸਾਰਾ ਕੁਝ ਮੈਨੂੰ ਮਿਲ ਜਾਏ, ਦੂਸਰੇ ਨੂੰ ਬਿਲਕੁਲ ਆਪਣੇ ਵਰਗਾ ਸਮਝਦਾ ਹੀ ਨਹੀਂ। ਆ ਹੈਗਾ ਭਾਈ ਤਨ ਮਨ ਖੋਜਣਾ। ਤਨ ਮਨ ਖੋਜੇ ਤਾਂ ਨਾਉ ਪਾਏ, ਤਾਂ ਨਾਮ ਮਿਲੇਗਾ ਜਿਹੜਾ ਖੋਜੇਗਾ। ਰਾਮ ਰਾਮ ਬੋਲ ਬੋਲ ਖੋਜਤੇ ਵਡ ਭਾਗੀ, ਆਹੀ ਖੋਜਣਾ ਹੈ। ਤਨ ਔਰ ਮਨ ਨੂੰ ਹੀ ਖੋਜਣਾ ਹੈ ਆਪਾਂ ਨੇ। ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਖੇ ਠਾਕ ਰਹਾਏ। ਬਸ ਤਾਵਤ ਜਿਹੜਾ ਹੈਗਾ, ਇਹ ਮਨ ਜਿਹੜਾ ਹੈਗਾ, ਇਹ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਗਿਆਨ ਇੰਦਰੀਆਂ ਗਿਆਨ ਦਿੰਦੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਖਿੱਚ ਪਾਉਂਦੀਆਂ, ਕਰਮ ਇੰਦਰੀਆਂ ਭੋਗ ਕਰਦੀਆਂ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ ਮਨ ਨੂੰ ਇਹ ਠਾਕਣਾ ਹੈਗਾ ਭਾਈ। ਇਹ ਝੂਠ ਹੈਗਾ, ਇਹਦੇ ਨਾਲ ਰੱਜ ਨਹੀਂ ਹੈਗਾ। ਔਰ ਜੇ ਆਪਾਂ ਠਾਕਾਂਗੇ ਤਾਂ ਜਿਹੜੇ ਹੈਗੇ ਨਾਮ ਮਿਲਦਾ ਹੈ ਆਪਾਂ ਨੂੰ। ਇਹ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਪਾਵਰ ਆਉਂਦੀ ਹੈ ਆਪਣੇ ਮਨ ਨੂੰ ਪਾਵਰ ਆਉਂਦੀ ਹੈ। ਮਨ ਆਤਮਾ ਵੱਲ ਨੂੰ ਜਿਹੜਾ ਹੈਗਾ, ਆਤਮਾ ਜਿਹੜੀ ਹੈਗੀ ਆਤਮਾ ਵੱਲ ਨੂੰ ਵੱਧਦਾ ਹੈ। ਮਨ ਘਟਦਾ ਹੈ, ਸੁਰਤ ਆਤਮਾ ਵੱਲ ਨੂੰ ਜਾਂਦੀ ਹੈ ਔਰ ਪਾਵਰ ਆ ਜਾਂਦੀ ਹੈ।
ਮਨ ਨੂੰ ਜਿਹੜੇ ਹੈਗੇ, ਮਨ ਨੂੰ ਮਨ ਨੇ ਮਾਰਨਾ ਹੈ, ਮਨ ਨੂੰ ਮਨ ਨੇ ਹੀ ਜਿੱਤਣਾ ਹੈ। ਤਾਵਤ ਰਾਖੇ ਠਾਕ ਰਹਾ ਹੈ, ਗੁਰ ਕੀ ਬਾਣੀ ਅਨਦਿਨ ਗਾਵੇ, ਸਹਜੇ ਭਗਤ ਕਰਾਵਣਿਆ। ਔਰ ਗੁਰੂ ਦੀ ਬਾਣੀ ਜਿਹੜੀ ਹੈਗੀ ਆ ਉਹਨੂੰ ਅਨਦਿਨ ਗਾਉਣਾ ਹੈਗਾ। ਉਹ ਗੁਰੂ ਦੀ ਬਾਣੀ ਜਿਹੜੀ ਹੈਗੀ ਹੈ, ਜਿਹੜੇ ਪਾਸੇ ਜਿਹੜੀ ਹੈਗੀ, ਜਿਹੜੀ ਅੱਖਰਾਂ ਦੇ ਵਿੱਚ ਨਹੀਂ ਹੈਗੀ, ਗੁਰੂ ਦੀ ਮੱਤ ਲੈ ਕੇ ਉਸ ਸ਼ਬਦ ਨੂੰ, ਉਸ ਬਾਣੀ ਨੂੰ ਆਪਾਂ ਨੇ ਆਨ ਦਿਨ ਆਟੋਮੈਟਿਕਲੀ ਉਹਨੇ ਚੱਲਣਾ ਹੈ। ਆਟੋਮੈਟਿਕਲੀ ਜਿਹੜੀ ਹੈਗੀ ਬਾਣੀ ਜਿਹੜੀ ਹੈਗੀ ਆਪਣੇ ਅੰਦਰ ਉਹਨੇ ਬੰਦ ਨਹੀਂ ਹੋਣਾ, ਉਹ ਚੱਲ ਪੈਣੀ ਹੈ ਬਾਣੀ। ਗੁਰ ਕੀ ਬਾਣੀ ਅਨ ਦਿਨ ਗਾਵੇ, ਇਹ ਕੋਈ ਅਤਿਸ਼ੋਕਤੀ ਨਹੀਂ ਹੈਗੀ ਵੀ ਅਨ ਦਿਨ ਕਿਵੇਂ ਗਾ ਸਕਦੇ ਹਾਂ। ਗੁਰ ਕੀ ਬਾਣੀ ਅਨ ਦਿਨ ਗਾਵੇ, ਸਹਜੇ ਭਗਤ ਕਰਾਣੇ। ਸਹਿਜ ਦੇ ਵਿੱਚ ਹੀ ਭਗਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਹਿਜ ਦੇ ਨਾਲ ਹੀ ਜੋ ਵੀ ਹੋ ਰਿਹਾ ਹੈ, ਕਿਉਂਕਿ ਆਪਾਂ ਨੂੰ ਨਹੀਂ ਪਤਾ, ਆਪਾਂ ਬਿਲਕੁਲ ਕਿਸੇ ਪਾਸਿਓਂ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਜਿਹੜੇ ਹੈਗੇ ਬਿਲਕੁਲ ਸ਼ਾਂਤ ਚਿੱਤ ਬੈਠੇ ਹੋਏ ਆ, ਸ਼ਾਂਤੀ ਦੇ ਨਾਲ ਭਗਤੀ ਕਰ ਰਹੇ ਆ। ਸਡਨਲੀ ਜਿਹੜਾ ਹੈਗਾ ਨੈਕਸਟ ਮੂਮੈਂਟ ਕੀ ਹੋ ਜਾਣਾ ਹੈ ਉਹ ਨਹੀਂ ਪਤਾ ਆਪਾਂ ਨੂੰ। ਟੋਟਲ ਸ਼ਾਂਤੀ ਭੰਗ ਹੋ ਜਾਣੀ ਹੈ ਆਪਣੀ। ਇਸ ਤਰੀਕੇ ਦੇ ਨਾਲ ਸਹਿਜ ਦੇ ਨਾਲ ਹੀ ਭਗਤੀ ਕਰੀ ਜਾਣੀ। ਜੋ ਹੋ ਰਿਹਾ ਹੈ ਭਾਈ, ਮਾਲਕ ਜੋ ਕਰ ਰਿਹਾ ਹੈ ਉਹ ਟੈਸਟ ਹੈਗਾ। ਉਸ ਟੈਸਟ ਨੂੰ ਜਿਹੜਾ ਹੈਗਾ ਆਪਾਂ ਨੇ ਇਹ ਧਿਆਨ ਸਿਮਰਨ ਦੇ ਦੁਆਰਾ, ਗੁਰ ਕੀ ਬਾਣੀ ਅਨਦਿਨ ਗਾਉਣ ਦੇ ਨਾਲ ਉਹ ਟੈਸਟ ਚੋਂ ਆਪਾਂ ਪਾਸ ਹੋ ਸਕਦੇ ਹਾਂ। ਤਨ ਮਨ ਖੋਜੇ ਤਾਂ ਨਾਉ ਪਾਏ, ਤਾਵਤ ਰਾਖੈ ਠਾਕ ਰਹਾਏ, ਗੁਰ ਕੀ ਬਾਣੀ ਅਨਦਿਨ ਗਾਵੇ, ਸਹਜੇ ਭਗਤ ਕਰਾਵਣਿਆ। ਇਸ ਕਾਇਆ ਅੰਦਰ ਵਸਤ ਅਸੰਖਾ। ਦੇਖ ਲਓ ਭਾਈ, ਕਹਿੰਦੇ ਸਰੀਰ ਦੇ ਅੰਦਰ, ਕਾਇਆ ਦੇ ਅੰਦਰ ਅਸੰਖਾਂ ਕਹਿੰਦੇ ਵਸਤ। ਤਾਂ ਤੈਨੂੰ ਔਂਕੜ ਲੱਗੀ ਹੋਈ ਹੈ, ਕਿਹੜੀ ਗੱਲ ਕਰ ਰਹੇ, ਕਿਹੜੀ ਵਸਤੂ ਦੀ ਗੱਲ ਕਰ ਰਹੇ? ਕਹਿੰਦੇ ਇਹਦੇ ਅੰਦਰ ਆਤਮਾ ਹੈਗੀ ਭਾਈ, ਪਰਮਾਤਮਾ ਆਤਮਾ ਹੈ ਇਸ ਦੇ ਅੰਦਰ। ਉਹ ਅਸੰਖਾ ਉਹ ਮਾਲਕ ਪਰਮਾਤਮਾ ਜਿਹੜਾ ਹੈ ਕਾਇਆ ਦੇ ਅੰਦਰ ਹੀ ਹੈਗਾ ਭਾਈ। ਇਸ ਕਾਇਆ ਅੰਦਰ ਵਸਤ ਅਸੰਖਾ। ਗੁਰਮੁਖੇ ਸਾਚ ਮਿਲੇ ਤਾਂ ਵੇਖਾਂ। ਗੁਰੂ ਦੇ ਰਾਹੀਂ ਜਿਹੜਾ ਸੱਚ ਦੇ ਨਾਲ ਜੁੜ ਜਾਏਗਾ ਤੇ ਉਹ ਦੇਖ ਲਏਗਾ ਭਾਈ, ਆਤਮਾ ਦਾ ਪ੍ਰਕਾਸ਼ ਹੋ ਜਾਏਗਾ ਉਸ ਦੇ ਅੰਦਰ। ਔਰ ਹੋਣਾ ਗੁਰੂ ਦੇ ਦੁਆਰਾ ਹੈ ਭਾਈ। ਗੁਰੂ ਦੀ ਮਾਤਾ, ਗੁਰੂ ਦੀ ਮਾਤਾ ਆਪਾਂ ਨੂੰ ਹੁਣ ਜਿਹੜੀ ਹੈਗੀ ਇਹ ਗਿਆਨ ਦੇ ਰਹੀ ਹੈ ਸਾਰਾ ਦਾ ਸਾਰਾ। 9 ਦਰਵਾਜੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਕਹਿੰਦੇ ਸਰੀਰ ਦੇ 10 ਦਰਵਾਜੇ ਭਾਈ, 10 ਜਿਹੜਾ ਹੈਗਾ ਗੁਪਤ ਹੈ, 10ਵਾਂ 9 ਦਰਵਾਜੇ ਪ੍ਰਗਟ ਹੈਗੇ। ਜਿਹੜਾ 9 ਦਰਵਾਜਿਆਂ ਤੋਂ ਠਾਕ ਲੈਂਦਾ ਹੈ, ਤਾਵਤ ਰਾਖੇ ਠਾਕ ਰਹਾਏ, ਉਹ 10ਵੇਂ ਤੇ ਪਹੁੰਚ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਉਹਦੇ ਅੰਦਰ ਅਨਹਦ ਸ਼ਬਦ ਵੱਜਣ ਲੱਗ ਪੈਂਦਾ ਹੈ। ਸੱਚਾ ਸਾਹਿਬ ਸੱਚੀ ਨਾਈ, ਮਾਲਕ ਪਰਮਾਤਮਾ ਸੱਚ ਹੈਗਾ ਭਾਈ। ਸੱਚੀ ਨਾਈ ਉਹਦਾ ਨਾਮ ਵੀ ਸੱਚ ਆ। ਨਹੀਂ ਭਾਈ ਤੇ ਤਾਂ ਨਾਮ ਲਿਖ ਦਿੰਦੇ ਸੱਚਾ ਸਾਹਿਬ, ਸੱਚਾ ਨਾਮ ਸੱਚਾ ਨਾਮ। ਉਹਦੀ ਨਾਈ, ਉਹਦੀ ਭਗਤੀ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਦੀ, ਉਹ ਵੀ ਸੱਚੀ ਹੈਗੀ। ਪ੍ਰੇਮਾ ਭਗਤੀ ਉਹ ਵੀ ਸੱਚੀ ਹੈਗੀ। ਸੱਚਾ ਸਾਹਿਬ ਸੱਚੀ ਨਾਈ, ਸੱਚੇ ਨਾਮ ਦੇ ਦੁਆਰਾ ਹੀ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਦੇ ਪਾਤਰਤਾ ਜਿਹੜੀ ਹੈਗੀ ਆਪਾਂ ਪਾਤਰ ਬਣ ਸਕਦੇ ਹਾਂ ਭਾਈ। ਉਹ ਸੱਚੇ ਸਾਹਿਬ ਦੇ ਨੇੜੇ ਹੋਣ ਦੇ ਪਾਤਰ ਬਣ ਸਕਦੇ ਹਾਂ ਆਪਾਂ ਸੱਚੇ ਨਾਮ ਦੇ ਦੁਆਰਾ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨੇ ਵਸਾਈ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ, ਗੁਰੂ ਦੇ ਕਹੇ ਦੇ ਅਨੁਸਾਰ, ਗੁਰੂ ਜਿਵੇਂ ਕਹਿ ਰਹੇ ਉਸ ਤਰ੍ਹਾਂ ਚੱਲਣ ਦੇ ਨਾਲ ਮਨ ਦੇ ਵਿੱਚ ਵਸ ਜਾਂਦਾ ਹੈ ਮਾਲਕ ਪਰਮਾਤਮਾ। ਰਿਪਲੇਸਮੈਂਟ ਹੈਗੀ, ਟੋਟਲ ਰਿਪਲੇਸਮੈਂਟ ਹੈਗੀ। ਜਿੱਥੇ ਮਨ ਦੇ ਵਿੱਚ ਮਾਇਆ, ਸੰਸਕਾਰ, ਇਹ ਭੋਗ ਵਿਲਾਸ ਜੋ ਵਸੇ ਹੋਏ ਆਪਣੇ ਅੰਦਰ, ਇਹਨੇ ਰਿਪਲੇਸ ਹੋ ਜਾਣਾ ਹੈ। ਫਿਰ ਉਹ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਮਨ ਦੇ ਵਿੱਚ ਵਸ ਜਾਣਾ ਹੈ। ਉਹਦੀ ਯਾਦ ਨੇ, ਉਹਦੇ ਧਿਆਨ ਨੇ ਮਨ ਦੇ ਵਿੱਚ ਵਸ ਜਾਣਾ ਹੈ। ਗੁਰ ਪ੍ਰਸਾਦੀ ਮਨ ਵਸਾਈ, ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ। ਅਨ ਦਿਨ ਸਦਾ ਰਹੇ ਰੰਗ ਰਾਤਾ, ਦਰ ਸੱਚੇ ਸੋਜੀ ਪਾਵਣਿਆ। ਇਸ ਤਰ੍ਹਾਂ ਅਨ ਦਿਨ ਜਿਹੜਾ ਹੈਗਾ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਅਭਿਆਸੀ। ਉਹ ਸੱਚੇ ਦਰ ਦੀ, 10ਵੇਂ ਦੁਆਰ ਦੀ ਸੋਝੀ ਹੋ ਜਾਂਦੀ ਹੈ। ਦਰੇ ਸੱਚੇ ਸੋਝੀ ਪਾਵਣਿਆ, ਸੂਝ ਪੈ ਜਾਂਦੀ ਹੈ। ਪਾਪ ਪੁੰਨ ਕੀ ਸਾਰ ਨਾ ਜਾਣੀ,
ਕਹਿੰਦੇ ਭਾਈ ਦੁਨੀਆ ਦੇ ਵਿੱਚ ਆ ਕੇ ਤੇ ਪਾਪ ਔਰ ਪੁੰਨ ਦੇ ਬਾਰੇ ਇਹਦਾ ਸਾਰ ਹੀ ਨਹੀਂ ਪਤਾ ਲੱਗਿਆ, ਬਈ ਕਿਹੜੀ ਚੀਜ਼ ਪਾਪ ਹੈਗੀ ਆ, ਕਿਹੜੀ ਚੀਜ਼ ਪੁੰਨ ਹੈਗੀ ਆ, ਇਹ ਪਤਾ ਹੀ ਨਹੀਂ ਲੱਗਿਆ। ਬਸ ਦਬਾ ਦਬ ਕਰੀ ਜਾ ਰਿਹਾ ਹੈ। ਜਿਹਨੂੰ ਪਤਾ ਹੀ ਨਹੀਂ ਹੈ ਪਾਪ ਕੀ ਹੈ ਪੁੰਨ ਕੀ ਹੈ, ਉਹਨੇ ਥੋੜੀ ਨਾ ਹਟਣਾ ਹੈ ਪਾਪ ਕਰਨੋਂ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਭਰਮ ਭੁਲਾਣੀ। ਉਹ ਤਾਂ ਲੱਗਿਆ ਡੁਐਲਿਟੀ ਦੇ ਨਾਲ, ਦੂਸਰੇ ਦੇ ਨਾਲ ਲੱਗਿਆ ਹੋਇਆ ਹੈ, ਭਰਮਾਂ ਦੇ ਵਿੱਚ ਭੁੱਲਿਆ ਹੋਇਆ ਹੈ, ਕਮਾਈ ਜਾ ਰਿਹਾ ਪਾਪ। ਅਗਿਆਨੀ ਅੰਧਾ, ਕਹਿੰਦੇ ਅਗਿਆਨਤਾ ਹੈਗੀ, ਅੰਨਾ ਹੈਗਾ, ਨਹੀਂ ਗਿਆਨ ਹੈਗਾ, ਮਾਇਆ ਛਾਈ ਪਈ ਹੈ। ਕਾਰਨਸ਼ੀਲ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਵਿਕਸਿਤ ਹੋਇਆ ਪਿਆ। ਅਗਿਆਨੀ ਅੰਧਾ ਮਗ ਨਾ ਜਾਣੇ, ਨਹੀਂ ਰਸਤਾ ਪਤਾ, ਫਿਰ ਆਵਣ ਜਾਵਣਿਆ, ਵਾਰ-ਵਾਰ ਆਉਂਦਾ ਹੈ ਜਾਂਦਾ ਹੈ ਜੂਨਾਂ ਦੇ ਵਿੱਚ। ਗੁਰ ਸੇਵਾ ਤੇ ਸਦਾ ਸੁਖ ਪਾਇਆ। ਜਿਹਨੇ ਵੀ ਸੁਖੀ ਹੋਣਾ ਹੈ ਭਾਈ, ਗੁਰੂ ਦੀ ਸੇਵਾ ਦੇ ਨਾਲ ਹੀ ਸੁਖੀ ਹੋਣਾ ਹੈ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਮੇਸ਼ਾ ਵਾਸਤੇ ਸੁਖੀ ਹੋ ਜਾਂਦਾ ਹੈ ਭਾਈ ਗੁਰੂ ਦੀ ਸੇਵਾ ਦੇ ਨਾਲ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਔਰ ਆਹੀ ਗੁਰੂ ਦੀ ਸੇਵਾ ਹੈ ਭਾਈ। ਆਹ ਦੇਖ ਲਓ, ਗੁਰੂ ਦੀ ਸੇਵਾ ਜਿਹੜੀ ਹੈਗੀ ਆ, ਉਹ ਧਿਆਨ ਸਿਮਰਨ ਪ੍ਰੇਮਾ ਭਗਤੀ ਜਿਹੜੀ ਹੈਗੀ, ਇੱਕ ਨੂੰ ਆਪਣੇ ਅੰਦਰ ਇੱਕ ਨੂੰ ਦੇਖਣਾ, ਔਰ ਦੂਸਰੇ ਬਾਹਰ ਵੀ ਇੱਕ ਨੂੰ ਦੇਖਣਾ ਭਾਈ। ਇੱਕ ਹੈਗਾ ਪਰਮਾਤਮਾ, ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਦੂਜਾ ਡੁਐਲਿਟੀ, ਔਰ ਤੀਸਰਾ ਜਿਹੜਾ ਹੈਗਾ ਇਹ ਤ੍ਰਿਗੁਣੀ ਮਾਇਆ ਹੈਗੀ, 3 ਗੁਣ ਮਾਇਆ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਹਉਮੈ ਔਰ ਮੈਂ ਮੇਰੀ ਜਿਹੜੀ ਹੈਗੀ ਆ, ਇਹ ਡੁਐਲਿਟੀ ਜਿਹੜੀ ਹੈਗੀ ਇਸ ਤਰ੍ਹਾਂ ਜਿਹੜੀ ਹੈਗੀ ਠਾਕ ਜਾਂਦੀ ਹੈ ਭਾਈ, ਠੱਲ ਪੈ ਜਾਂਦੀ ਹੈ। ਗੁਰੂ ਦੀ ਸੇਵਾ ਦੇ ਨਾਲ ਸੁਖੀ ਹੋ ਜਾਂਦਾ ਹੈ, ਮੈਂ ਮੇਰੀ ਚਲੇ ਜਾਂਦੀ ਹੈ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕ ਰਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਕਹਿੰਦੇ ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਮੱਤ ਤੇ ਤੁਰਨ ਦੇ ਨਾਲ ਇਹ ਜਿਹੜਾ ਮਾਇਆ ਦਾ ਅੰਧੇਰਾ ਮਿਟਣਾ ਆ। ਮਾਇਆ ਦਾ ਅੰਧੇਰਾ ਕੀ ਆ? ਮਨ, ਕਾਲਕ। ਗੁਰਸਾਖੀ ਮਿਟਿਆ ਅੰਧਿਆਰਾ, ਬਜਰ ਕਪਾਟ ਖੁਲਾਵਣਿਆ। ਇਹ ਬਜਰ ਕਪਾਟ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਜਰ ਕਪਾਟ ਹੈ, ਜਿਹੜੇ ਕਾਲਕ ਦੇ ਮਨ ਦੀ ਕਾਲਕ ਦੇ ਬਜਰ ਕਪਾਟ ਹੈਗੇ, ਇਹ ਜਿਹੜੇ ਖੁੱਲ ਜਾਂਦੇ। ਹਉਮੈ ਮਾਰ ਮਨ ਵਸਾਇਆ, ਹਉਮੈ ਮਾਰ ਕੇ ਮਨ ਦੇ ਵਿੱਚ ਵਸਦਾ ਹੈ। ਹਉਮੈ ਕੀ ਹੈਗੀ? ਆਪਾਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਮੈਂ ਹੈਗਾ, ਔਰ ਅੱਗੇ ਜਿਹੜਾ ਜੋ ਵੀ ਸੰਸਾਰ ਹੈਗਾ ਉਹ ਦੂਸਰਾ ਤੀਸਰਾ ਸਾਰੇ ਸ਼ੁਰੂ ਹੋ ਜਾਂਦੇ, ਸਾਰੇ ਦੇ ਸਾਰੇ। ਹਉਮੈ ਮਾਰ ਮਨ ਵਸਾਇਆ, ਮਨ ਦੇ ਵਿੱਚ ਵਸਦਾ ਹੈ ਮਾਲਕ ਪਰਮਾਤਮਾ ਹਉਮੈ ਮਾਰਨ ਦੇ ਨਾਲ। ਗੁਰ ਚਰਣੀ ਸਦਾ ਚਿੱਤ ਲਾਇਆ, ਕਿਹਦੇ? ਜਿਹੜੇ ਗੁਰੂ ਦੇ ਚਰਨਾਂ ਦੇ ਨਾਲ, ਸ਼ਬਦ ਰੂਪੀ ਚਰਨਾਂ ਦੇ ਨਾਲ ਸਦਾ ਚਿੱਤ ਲਗਾਉਂਦੇ ਆ, ਉਹਨਾਂ ਦੀ ਹਉਮੈ ਮਰਦੀ ਹੈ, ਉਹਨਾਂ ਦੇ ਮਨ ਦੇ ਵਿੱਚ ਮਾਲਕ ਵਸਦਾ ਹੈ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਆ ਦੇਖ ਲਓ, ਮਨ ਵੀ ਨਿਰਮਲ ਹੋ ਗਿਆ, ਤਨ ਵੀ ਨਿਰਮਲ ਹੋ ਗਿਆ। ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਹੁਣ ਮਾਇਆ ਵੱਲ ਜਾਂਦੀਆਂ, ਔਰ ਮਨ ਜਿਹੜਾ ਹੈਗਾ, ਮਨ ਵੀ ਜਿਹੜਾ ਹੈਗਾ ਉਹਦੇ ਅੰਦਰ ਵੀ ਕਾਰਨਸ਼ੀਲ ਨਸ਼ਟ ਹੋ ਗਿਆ। ਨਿਰਮਲ ਨਾਮ ਧਿਆਵਣਿਆ, ਕਿਵੇਂ ਹੋ ਗਿਆ? ਨਿਰਮਲ ਨਾਮ ਦੇ ਧਿਆਨ ਦੇ ਨਾਲ, ਨਿਰਮਲ ਨਾਮ ਧਿਆਵਣਿਆ, ਤੇ ਧਿਆਨ ਸਿਮਰਨ ਦੇ ਨਾਲ ਮਨ ਵੀ ਤਨ ਵੀ ਦੋਨੋਂ ਨਿਰਮਲ ਹੋ ਜਾਂਦੇ। ਆਹੀ ਗੁਰੂ ਦੀ ਕਿਰਪਾ ਹੈਗੀ। ਜੀਵਨ ਮਰਨਾ ਸਭ ਤੁਧੈ ਤਾਈ, ਕਹਿੰਦੇ ਸਾਰਾ ਕੁਝ ਜਿਹੜਾ ਹੈਗਾ, ਇਹ ਜਨਮ ਲਿਆ ਆ, ਮਰਨਾ ਹੈਗਾ, ਇਹ ਸਾਰਾ ਜਿਹੜਾ ਹੈਗਾ ਕਹਿੰਦੇ ਤੇਰੇ ਵੱਸ ਦੇ ਵਿੱਚ ਆ। ਇਹ ਜਨਮ ਮਰਨ ਦਾ ਖੇਡ ਜਿਹੜੀ ਹੈਗੀ ਸਾਰੀ ਦੀ ਸਾਰੀ, ਇਹ ਕਾਦੇ ਵਾਸਤੇ ਹੈਗੀ? ਇਹ ਖੇਡ ਹੈਗੀ ਆਪਣੀ ਆਤਮਾ ਨੂੰ ਜਿਹੜੀ ਹੈਗੀ ਆ, ਆਤਮਾ ਨੂੰ ਜਾਣਨ ਦੀ ਖੇਡ ਆ, ਉਸ ਮਾਲਕ ਪਰਮਾਤਮਾ ਨੂੰ ਜਾਣਨ ਦੀ ਖੇਡ ਆ। ਇੱਥੇ ਤੱਕ ਹੀ ਹੈ ਜੀਵਨ ਮਰਨਾ, ਹੋਰ ਕੋਈ ਇਹ ਖੇਡ ਦਾ ਮਕਸਦ ਨਹੀਂ ਹੈਗਾ। ਜੀਵਨ ਮਰਨਾ ਸਭ ਤੁਧੇ ਤਾਈ, ਉਸੇ ਮਾਲਕ ਪਰਮਾਤਮਾ ਤੱਕ ਹੈ, ਸੱਚ ਨੂੰ ਜਾਣਨ ਤੱਕ ਹੀ ਜਨਮ ਮਰਨ ਦਾ ਗੇੜਾ ਹੈਗਾ ਭਾਈ, ਹੋਰ ਇਹਦਾ ਕੋਈ ਮਕਸਦ ਥੋੜੀ ਨਾ ਹੈਗਾ। ਜੀਵਨ ਮਰਨਾ ਸਭ ਤੁਧੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਜਿਹਨੂੰ ਬਖਸ਼ ਲਿਆ
ਮਾਲਕ ਪਰਮਾਤਮਾ ਨੇ ਉਹਨੂੰ ਵਡਿਆਈ ਦੇ ਦਿੰਦਾ ਹੈ ਭਾਈ। ਔਰ ਬਖਸ਼ਣਾ ਜਿਹੜਾ ਹੈਗਾ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਹੈ ਬਖਸ਼ਣਾ। ਮਨ ਤਾਂ ਨਿਰਮਲ ਹੁੰਦਾ ਹੈ, ਨਿਰਮਲ ਨਾਮ ਤੇ ਆ ਬਣਿਆ, ਉਹਦੇ ਨਾਲ ਬਖਸ਼ਿਆ ਜਾਂਦਾ ਹੈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਕਹਿੰਦੇ ਨਾਮ ਨੂੰ ਧਿਆ, ਹੇ ਮੇਰੇ ਮਨਾ, ਸਦਾ ਨਾਮ ਨੂੰ ਧਿਆ। ਜਨਮ ਮਰਨ ਜਿਹੜਾ ਹੈਗਾ, ਜੰਮਣ ਮਰਨ ਤੇਰਾ, ਇਹ ਮਨੁੱਖੀ ਜੂਨ ਮਿਲੀ ਹੋਈ ਹੈ, ਬਾਰ-ਬਾਰ ਜੂਨਾਂ ਦੇ ਵਿੱਚ ਜਾਣਾ ਹੈ, ਸਵਾਰਿਆ ਜਾਏਗਾ ਪਿਆਰਿਆ, ਸਵਾਰਿਆ ਜਾਏਗਾ। ਇਹ ਗੇੜਾ ਤੇਰਾ ਖਤਮ ਹੋ ਜਾਏਗਾ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ। ਉਹ ਮਾਲਕ ਪਰਮਾਤਮਾ ਉਹੀ ਆਪਣਾ ਹੈ ਭਾਈ, ਉਸ ਤੋਂ ਇਲਾਵਾ ਕੁਛ ਨਹੀਂ ਹੈਗਾ। ਉਹੀ ਨਿਰਮਲ ਹੈਗਾ, ਅਗਮ ਨਹੀਂ ਗਮਿਆ ਜਾਂਦਾ। ਅਪਾਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਬਿਨ ਤਕੜੀ ਤੋਲੇ ਸੰਸਾਰਾ। ਦੇਖ ਲਓ ਸਾਰੇ ਜੀਵ ਸੰਸਾਰ ਦੇ ਹੈਗੇ, ਕਿੰਨੇ 84 ਲੱਖ ਜੂਨਾ ਹੈ, ਜੀਵ ਕਿੰਨੇ ਕਿਆ ਪਤਾ ਨਹੀਂ। ਕਹਿੰਦੇ ਸਾਰਿਆਂ ਨੂੰ ਤੋਲ ਰਿਹਾ ਹੈ, ਸਾਰਿਆਂ ਨੂੰ ਦੇਖ ਰਿਹਾ ਹੈ, ਸਾਰਿਆਂ ਦਾ ਜਿਹੜਾ ਹੈਗਾ, ਸਾਰਿਆਂ ਦਾ ਲੇਖਾ ਜੋਖਾ ਕਰ ਰਿਹਾ ਹੈ ਮਾਲਕ ਪਰਮਾਤਮਾ। ਔਰ ਪਤਾ ਨਹੀਂ ਕਿਹੜੀ ਤਕੜੀ ਦੇ ਨਾਲ ਕਰ ਰਿਹਾ ਹੈ, ਉਹ ਦਿਸਦਾ ਤਾਂ ਹੈ ਨਹੀਂਗਾ ਮਾਲਕ ਪਰਮਾਤਮਾ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਗੁਰਮੁਖਿ ਹੋਵੇ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਬਸ ਇਸ ਖੇਡ ਨੂੰ ਉਹੀ ਬੁੱਝ ਜਾਂਦਾ ਹੈ, ਬੁੱਝ ਸਕਦਾ ਹੈ ਜਿਹੜਾ ਭਾਈ ਗੁਰੂ ਦਾ ਗਿਆਨ ਲੈ ਲੈ। ਗੁਰਮੁਖਿ ਹੋਵੇ, ਗੁਰੂ ਦੇ ਮੁਖ ਵੱਲ ਨੂੰ ਹੋ ਜਾਏ। ਜੋ ਗੁਰੂ ਤੋਂ ਗਿਆਨ ਆ ਰਿਹਾ ਹੈ ਉਸ ਗਿਆਨ ਨੂੰ ਲਏ, ਉਸ ਗਿਆਨ ਨੂੰ ਵਿਚਾਰੇ, ਉਸ ਗਿਆਨ ਦੇ ਅਨੁਸਾਰ ਚੱਲੇ, ਉਹ ਬੁੱਝ ਜਾਂਦਾ ਹੈ। ਉਹ ਗੁਣਾਂ ਨੂੰ ਕਹਿੰਦਾ ਹੈ, ਫਿਰ ਪ੍ਰੇਮਾ ਭਗਤੀ ਕਰਦਾ ਹੈ। ਗੁਣ ਕਹਿ ਗੁਣੀ ਸਮਾਵਣਿਆ। ਉਹ ਫਿਰ ਜਿਹੜਾ ਹੈਗਾ ਉਹ ਗੁਣਾਂ ਦੇ ਵਿੱਚ ਹੀ ਸਮਾ ਜਾਂਦਾ ਹੈ, ਗੁਣਾਂ ਦਾ ਹੀ ਰੂਪ ਹੋ ਜਾਂਦਾ ਹੈ। ਮੈਲ ਉਤਰ ਜਾਂਦੀ ਆ, ਉਹ ਆਤਮਾ ਲਿਸ਼ਕਾਰੇ ਮਾਰਦੀ, ਸੁਰਤ ਆਤਮਾ 'ਚ ਟਿਕ ਜਾਂਦੀ ਹੈ, ਯਾਤਰਾ ਖਤਮ ਹੋ ਜਾਂਦੀ ਹੈ। ਹਉ ਵਾਰੀ ਜਿਉ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਕਹਿੰਦੇ ਮੈਂ ਤਾਂ ਵਾਰਨੇ ਆ, ਆਪਣਾ ਜਿਉ ਵਾਰ ਦੇਵਾਂ ਜਿਹੜਾ ਵੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ, ਜਿਹੜਾ ਵੀ ਗੁਣ ਗਾਉਂਦਾ ਹੈ, ਜਿਹੜਾ ਵੀ ਗੁਣ ਕਹਿੰਦਾ ਹੈ, ਜਿਹੜਾ ਵੀ ਗੁਣਾਂ ਦੇ ਵਿੱਚ ਸਮਾ ਜਾਂਦਾ ਹੈ, ਮੈਂ ਤਾਂ ਵਾਰਨੇ ਆ, ਬਲਿਹਾਰਨੇ ਆ ਉਸ ਤੋਂ। ਜੋ ਸੱਚ ਲਾਗੇ ਸੇ ਅਨਦਿਨ ਜਾਗੇ। ਜਿਹੜੇ ਇਸ ਤਰ੍ਹਾਂ ਸੱਚ ਦੇ ਨਾਲ ਲੱਗ ਗਏ ਉਹ ਅਨਦਿਨ ਜਾਗਦੇ ਆ ਭਾਈ। ਉਹ ਆਤਮਿਕ ਯਾਤਰਾ ਉਹਨਾਂ ਦੀ ਆਤਮਾ ਵੱਲ ਨੂੰ, ਜਿਹੜੀ ਯਾਤਰਾ ਸੁਰਤ ਆਤਮਾ ਵੱਲ ਨੂੰ ਚੱਲਦੀ, ਆਹੀ ਯਾਤਰਾ ਹੈ ਉਹਨਾਂ ਦੀ। ਉਹਨਾਂ ਦਾ ਧਿਆਨ ਆਤਮਾ ਵੱਲ ਨੂੰ ਹੁੰਦਾ ਹੈ, ਸੱਚ ਦੇ ਨਾਲ ਜੁੜੇ ਹੁੰਦੇ ਆ। ਫਿਰ ਸੱਚ ਦੇ ਨਾਲ ਜੁੜੇ ਹੋਏ ਆ ਤੇ ਦਰ ਸੱਚੇ ਸੋਭਾ ਪਾਵਣਿਆ। ਉਹ ਸੱਚੇ ਦਰ ਦੇ ਉੱਤੇ ਉਹਨਾਂ ਦੀ ਸੋਭਾ ਹੋ ਜਾਂਦੀ, ਲੋਕ ਪਰਲੋਕ ਦੇ ਵਿੱਚ ਖੇਡ ਖਤਮ ਹੋ ਜਾਂਦੀ ਉਹਨਾਂ ਦੀ, ਮਹਿਲ ਦੇ ਵਿੱਚ ਚਲੇ ਜਾਂਦੇ ਆ। ਰਹਾਓ, ਸੱਚਾ ਦਰ ਕੀ ਹੈਗਾ? ਦਰ ਸੱਚਾ, ਉਹ ਦਸਮ ਦੁਆਰ। ਜੋ ਸੱਚ ਲਾਗੇ ਸੇ ਅਨਦਿਨ ਜਾਗੇ, ਦਰ ਸੱਚੇ ਸੋਭਾ ਪਾਵਣਿਆ। ਰਹਾਓ, ਆਪ ਸੁਣੇ ਤਹਿ ਆਪੇ ਵੇਖੈ। ਮਾਲਕ ਪਰਮਾਤਮਾ ਸਾਰਿਆਂ ਦੀ ਸੁਣ ਰਿਹਾ ਹੈ, ਸਾਰਿਆਂ ਨੂੰ ਦੇਖ ਰਿਹਾ ਹੈ। ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖ ਹੈ। ਜਿਸ ਤੇ ਮਿਹਰ ਕਰ ਦਿੰਦਾ ਹੈ ਉਹੀ ਲੇਖੇ ਦੇ ਵਿੱਚ ਹੈ ਭਾਈ। ਬਾਕੀ ਸਾਰੇ ਖੇਡ ਦੇ ਵਿੱਚ ਹੈਗੇ ਆ। ਬਾਕੀ ਸਾਰੇ ਜਿਹੜੇ ਹੈਗੇ ਇਸ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾ ਰਹੇ ਆ। ਆਪ ਸੁਣੈ ਤੈਂ ਆਪੇ ਵੇਖੇ, ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੈ। ਆਪੇ ਲਾਏ ਲਏ ਸੋ ਲਾਗੇ, ਗੁਰਮੁਖੇ ਸੱਚ ਕਮਾਵਣਿਆ। ਕਹਿੰਦੇ ਧਿਆਨ ਸਿਮਰਨ ਵਾਲੀ ਖੇਡ, ਪ੍ਰੇਮਾ ਭਗਤੀ ਵਾਲੀ ਖੇਡ ਜਿਹੜੀ ਹੈਗੀ, ਲਿਵ ਵਾਲੀ ਯਾਤਰਾ, ਮਾਲਕ ਪਰਮਾਤਮਾ ਆਪ ਲਾਉਂਦਾ ਹੈ, ਉਹੀ ਲੱਗਦਾ ਹੈ। ਔਰ ਕਿਵੇਂ ਲਾਉਂਦਾ ਹੈ? ਕਿਹਨੂੰ ਲਾਉਂਦਾ ਹੈ? ਜਿਹੜਾ ਲੱਗਣਾ ਚਾਹੁੰਦਾ ਹੈ ਉਹਨੂੰ ਲਾਉਂਦਾ ਹੈ, ਜਿਹਦੇ ਅੰਦਰ ਇਸ ਪਾਸੇ ਚੱਲਣ ਦੀ ਇੱਛਾ ਹੁੰਦੀ ਹੈ। ਮਾਲਕ ਨੇ ਭੇਜਿਆ ਆਪਾਂ ਨੂੰ ਇਸੇ ਕਰਕੇ ਵੀ ਆਪਣੇ ਅੰਦਰ ਇੱਛਾ ਜਾਗੇ। ਗੁਰਮੁਖ ਸਿਸਟਮ, ਗੁਰੂ ਇਸੇ ਵਾਸਤੇ ਗੁਰੂ ਦਾ ਗਿਆਨ ਹੈਗਾ ਵੀ ਆਪਣੇ ਅੰਦਰ ਇੱਛਾ ਪੈਦਾ ਹੋ ਜਾਏ। ਆਪੇ ਲਾਏ ਲਏ ਸੋ ਲਾਗੇ, ਗੁਰਮੁਖੇ ਸੱਚ ਕਮਾਵਣਿਆ। ਉਹ ਗੁਰੂ ਦੇ ਰਾਹੀਂ ਫਿਰ ਸੱਚ ਦੀ ਕਮਾਈ ਕਰਦੇ ਆ। ਸੱਚ ਦੇ ਨਾਲ ਜਿਹੜੇ ਹੈਗੇ ਆ ਸਵਾਸ ਆਪਣੇ ਸੱਚ ਦੇ ਵਿੱਚ ਲਗਾਉਂਦੇ ਆ, ਭਗਤੀ ਦੇ ਵਿੱਚ ਲਗਾਉਂਦੇ ਆ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ। ਹੁਣ ਦੇਖ ਲਓ ਜਿਹੜਾ ਭੂਲ ਭੁਲਈਆ ਦੇ ਵਿੱਚ ਹੈਗਾ, ਹੁਣ ਇੱਥੇ ਕਹਿਣਾ ਜੀ ਮਾਲਕ ਪਰਮਾਤਮਾ ਹੀ ਤਾਂ ਭੁਲਾ ਰਿਹਾ ਆ,
ਤੇ ਫਿਰ ਆਪਣੇ ਹੱਥ ਕਿੱਥੇ ਜਾਣਗੇ? ਆਪਾਂ ਤਾਂ ਫਿਰ ਜਦੋਂ ਕੱਢੂਗਾ ਤੇ ਨਿਕਲ ਜਾਵਾਂਗੇ। ਜਿਸ ਆਪ ਮਾਲਕ ਨੇ ਦੋਨੋਂ ਰਸਤੇ ਰੱਖੇ ਹੋਏ ਆ ਭਾਈ, ਚੁਆਇਸ ਆਪਣੀ ਹੈਗੀ। ਜਿਹੜੇ ਰਸਤੇ ਆਪਾਂ ਭੂਲ ਭੁਲਈਆ ਰਸਤਾ ਚਾਹੁੰਦੇ ਆ ਤੇ ਭੂਲ ਭੁਲਈਆ ਦੇ ਵਿੱਚ ਜਿਹੜਾ ਹੈਗਾ ਉਹ ਭੁਲਾਇਆ ਤਾਂ ਉਹ ਨਹੀਂ ਹੈ, ਕਿਉਂਕਿ ਰਸਤੇ ਤਾਂ ਉਹਨੇ ਬਣਾਏ, ਭੂਲ ਭੁਲਈਆ ਵੀ ਉਹਨੇ ਬਣਾਈ ਹੋਈ ਹੈ। ਇੰਨੇ ਸਵਾਦ ਭੂਲ ਭੁਲਈਆ ਦੇ ਆਪਣੇ ਅੰਦਰ ਸਰੀਰ ਦੇ ਵਿੱਚ ਪੁਰਜੇ ਭੂਲ ਭੁਲਈਆ ਵਾਲੇ ਸਾਰੇ ਉਹਨੇ ਫਿੱਟ ਕੀਤੇ ਹੋਏ ਆ। ਜੀਭ ਦੇਖ ਲਓ, ਅੱਖਾਂ ਦੇਖ ਲਓ, ਇੰਦਰੀ ਦੇਖ ਲਓ, ਸਾਰੇ ਦੇ ਸਾਰੇ ਜਿਹੜੇ ਹੈਗੇ ਭੂਲ ਭੁਲਈਆ ਵਾਲੇ ਮਾਲਕ ਨੇ ਜਿਹੜਾ ਹੈਗਾ ਸਾਰਾ ਡਿਜ਼ਾਈਨਿੰਗ ਮਾਲਕ ਨੇ ਕੀਤੀ, ਖੇਡ ਤਾਂ ਆਹੀ ਹੈਗੀ ਆ। ਉਹ ਕਹਿੰਦਾ ਤੈਨੂੰ ਮੈਂ ਬਾਹਰ ਨਿਕਲਣ ਦਾ ਵੀ ਰਸਤਾ ਦੇ ਰਿਹਾ, ਤੈਨੂੰ ਮੈਂ ਸਾਰਾ ਕੁਝ ਹੈਗਾ ਤੇਰੇ ਜੀਵਨ ਦੇ ਵਿੱਚ, ਨਿਕਲਣਾ ਚਾਹੇਗਾ ਤੇ ਉਸੇ ਵੇਲੇ ਤੈਨੂੰ ਜਿਹੜਾ ਹੈਗਾ ਸਾਰਾ ਨਿਕਲਣ ਦਾ ਤੇਰੇ ਵੱਲ ਆ ਜਾਏਗਾ। ਤੇ ਨਿਕਲਣ ਦੀ ਜਿਹੜੀ ਹੈਗੀ ਸਾਰੀ ਗੁਰੂ ਦੀ ਮੱਤ ਸਾਰਾ ਕੁਝ ਤੈਨੂੰ ਮਿਲ ਜਾਏਗਾ। ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਜੋ ਕਹਿੰਦੇ ਜੋ ਤੇਰੀ ਕਮਾਈ ਹੈ, ਜੋ ਤੇਰੀ ਲਿਖਤ ਹੈਗੀ ਭਾਈ, ਉਹ ਤਾਂ ਤੈਨੂੰ ਭੋਗਣੀ ਪੈਣੀ ਹੈ ਜੇ ਤੂੰ ਨਹੀਂ ਉਹਨੂੰ ਮਿਟਾ ਰਿਹਾ ਤੇ। ਜਿਸੇ ਆਪਾਂ ਇੱਥੇ ਆਏ ਆ ਲਿਖਤ ਨੂੰ ਮਿਟਾਉਣ ਵਾਸਤੇ ਆਏ ਆ। ਆਪਾਂ ਇੱਥੇ ਆਏ ਆ ਇਸ ਰਸਤੇ ਚੋਂ ਮਨੁੱਖਾ ਜੂਨ ਮਿਲੀ ਹੋਈ ਆ, ਇਹੀ ਚਾਂਸ ਹੈਗਾ, ਇਹੀ ਬਾਰੀ ਹੈਗੀ ਆਪਣੀ। ਜਿਸੇ ਆਪ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇ ਵਡ ਭਾਗੀ, ਪੂਰੇ ਕਰਮੇ ਮਿਲਾਵਣਿਆ। ਲਓ ਇਹਨਾਂ ਦਾ ਲਿਖ ਤਾਂ ਇੱਥੇ ਮਿਟ ਜਾਂਦਾ ਹੈ ਭਾਈ। ਜਿਨ੍ਹਾਂ ਨੂੰ ਸਤਿਗੁਰੂ ਮਿਲ ਗਿਆ ਉਹ ਵੱਡੇ ਭਾਗਾਂ ਵਾਲੇ ਆ। ਸਤਿਗੁਰੂ ਨੂੰ ਮਿਲਣਾ ਕੀ ਹੈਗਾ? ਸਤਿਗੁਰੂ ਨੂੰ ਮਿਲਣਾ ਹੈਗਾ ਬਈ ਇਹ ਗਿਆਨ ਜੋ ਕਹਿ ਰਿਹਾ ਹੈ ਭਾਈ, ਇਸ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਸ਼ਿਫਟ ਕਰ ਲੈਣਾ। ਜਿਨ ਸਤਿਗੁਰ ਮਿਲਿਆ ਸੇ ਵਡ ਭਾਗੀ, ਪੂਰੇ ਕਰਮ ਮਿਲਾਵਣਿਆ। ਉਹਨਾਂ ਤੇ ਪੂਰੀ ਜਿਹੜੀ ਹੈਗੀ ਮਾਲਕ ਦੀ ਬਖਸ਼ਿਸ਼ ਹੋ ਜਾਂਦੀ ਆ, ਔਰ ਪੂਰੇ ਉਹ ਧਿਆਨ ਸਿਮਰਨ ਵਾਲਾ ਕਰਮ ਕਰਦੇ ਆ। ਇਹਦੇ ਨਾਲ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਨਾਲ ਬੂੰਦ ਸਾਗਰ ਦੇ ਵਿੱਚ ਲੀਨ ਹੋ ਜਾਂਦੀ ਹੈ। ਇੱਥੇ ਆਪਾਂ ਨੂੰ ਭੇਜਿਆ ਹੀ ਇਸੇ ਵਾਸਤੇ ਹੈਗਾ, ਆਹੀ ਆਪਾਂ ਕਰ ਸਕਦੇ ਹਾਂ ਭਾਈ। ਪਈ ਅੜੇ ਤਨ ਅਨਦਿਨ ਸੁੱਤੀ, ਆਪਾਂ ਪੇਕੇ ਘਰ ਦੇ ਵਿੱਚ ਹੈਗੇ ਆ, ਗੁਰੂ ਹੈਗਾ, ਪਿਓ ਹੈਗਾ, ਪਰ ਸੁੱਤੀ ਹੋਈ ਹੈ ਜੀਵ ਇਸਤਰੀ। ਅਨਦਿਨ ਭੋਗ ਵਿਲਾਸ ਦੇ ਵਿੱਚ ਮਗਨ ਹੈਗੇ ਆਪਾਂ, ਸਵਾਦਾਂ ਦੇ ਵਿੱਚ। ਪਈ ਅੜੇ ਤਨ ਅਨਦਿਨ ਸੁੱਤੀ, ਤਨ ਮਤਲਬ ਜੀਵ ਇਸਤਰੀ। ਅਨਦਿਨ ਕੋਈ ਦਿਨ ਆਪਣਾ ਦੇਖੋ, ਕਹਿੰਦੇ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਭਾਈ। ਇਹ ਵੇਲਣਾ ਦਾ ਕੰਮ ਆ, ਰਿਟਾਇਰਡ ਬੰਦਿਆਂ ਦਾ ਕੰਮ ਹੈਗਾ। ਜਦ ਹੋਵਾਂਗੇ ਤਦ ਦੇਖ ਲਵਾਂਗੇ। ਪਈ ਅੜੇ ਤਨ ਸੁੱਤੀ, ਅਨਦਿਨ ਸੁੱਤੀ, ਕੰਤ ਵਿਸਾਰੀ ਆਉਗਣੇ ਮੁੱਤੀ। ਕੰਤੇ ਵਿਸਾਰੀ, ਮਾਲਕ ਨੇ ਵੀ ਵਿਸਾਰਦਾ। ਕਹਿੰਦੇ ਤੂੰ ਮਾਇਆ ਦੇ ਵਿੱਚ ਖੁਸ਼ ਆ, ਸਵਾਦਾਂ ਦੇ ਵਿੱਚ ਖੁਸ਼ ਆ, ਤੇ ਬੀ ਹੈਪੀ। ਕੰਤੇ ਵਿਸਾਰੀ ਆਉਗਣੇ ਮੁੱਤੀ, ਆਉਗਣਾ ਦੇ ਨਾਲ ਜਿਹੜੀ ਹੈਗੀ ਠੱਗੀ ਗਈ, ਆਉਗਣਾ ਦੇ ਨਾਲ ਛੁੱਟੜ ਹੋ ਗਈ। ਮਾਲਕ ਨੇ ਤਾਂ ਵਿਸਾਰ ਦਿੱਤਾ ਕਿ ਤੂੰ ਅਵਗੁਣ ਹੀ ਪਸੰਦ ਕਰ ਰਹੀ ਹੈ ਤੇ ਰਹਿ ਅਵਗੁਣਾ ਦੇ ਵਿੱਚ। ਫਿਰ ਕੰਤੇ ਵਿਸਾਰੀ ਆਉਗਣੇ ਮੁੱਤੀ, ਅਨਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਅਨਦਿਨ ਜਿਹੜੀ ਹੈ ਫਿਰ ਜਿਹੜੀ ਹੈਗੀ ਬਿਲਕਦੀ ਫਿਰਦੀ ਹੈ, ਖੁਸ਼ ਵੀ ਨਹੀਂ ਰਹਿੰਦੀ। ਅਨਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨਾ ਪਾਵਣਿਆ। ਕਹਿੰਦੇ ਬਗੈਰ ਪਰਮਾਤਮਾ ਦੇ, ਬਗੈਰ ਭਗਤੀ ਦੇ ਤੈਨੂੰ ਚੈਨ ਨਹੀਂ ਆ ਸਕਦਾ, ਸ਼ਾਂਤੀ ਨਹੀਂ ਆ ਸਕਦੀ। ਪਈ ਅੜੇ ਸੁਖ ਦਾਤਾ ਜਾਤਾ, ਜਿਹੜੀ ਜੀਵ ਇਸਤਰੀ ਨੇ ਜਿਹੜਾ ਹੈਗਾ ਪੇਕੇ ਘਰ ਦੇ ਵਿੱਚ ਗੁਰੂ ਪਿਓ ਦੀ ਗੱਲ ਮੰਨ ਲਈ, ਪਿਓ ਤੋਂ ਮੱਤ ਲੈ ਲਈ, ਸੁਖ ਦਾਤਾ ਜਾਣ ਲਿਆ, ਸੁੱਖਾਂ ਦਾ ਦਾਤਾ ਉਹ ਮਾਲਕ ਪਰਮਾਤਮਾ, ਉਹਦੀ ਭਗਤੀ ਸ਼ੁਰੂ ਕਰ ਦਿੱਤੀ। ਪਈ ਅੜੇ ਸੁਖ ਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦੇ ਪਛਾਤਾ। ਕਿਵੇਂ? ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਹਉਮੈ ਨੂੰ ਮਾਰ ਕੇ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਸੁੱਖਾਂ ਦੇ ਦਾਤੇ ਨੂੰ ਜਾਣ ਲਿਆ। ਪੇਕੇ ਘਰ ਦੇ ਵਿੱਚ, ਇੱਥੇ ਹੀ ਇਸ ਮਨੁੱਖਾ ਸਰੀਰ ਦੇ ਵਿੱਚ ਹੀ ਇਹ ਕਾਰਵਾਈ ਹੋ ਸਕਦੀ ਹੈ। ਪਈ ਅੜੇ ਸੁਖ ਦਾਤਾ ਜਾਤਾ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਸੇ ਸੁਹਾਵੇ ਸਦਾ ਪਿਰਾਵੇ, ਸੱਚ ਸਿੰਗਾਰ ਬਣਾਵਣਿਆ। ਕਹਿੰਦੇ ਬਸ ਉਹ ਤਾਂ ਆਤਮਾ ਦੇ ਵਿੱਚ ਲੀਨ ਆ ਪਾਏ, ਸੋਹਣੀ ਸੇਜ ਵਿਛ ਗਈ ਆ ਉਹਦੀ, ਆਤਮਾ ਦੇ ਵਿੱਚ ਸੁਰਤ ਉਹਦੀ ਟਿਕ ਜਾਣੀ, ਜਾ ਕੇ ਮਾਲਕ ਪਰਮਾਤਮਾ ਨੂੰ ਮਿਲ ਜਾਣਾ ਉਹਨੇ। ਸੇ ਸੁਹਾਵੀ ਸਦਾ ਪਿਰਾਵੇ, ਹਮੇਸ਼ਾ ਵਾਸਤੇ ਸਾਥ ਹੋ ਜਾਣਾ ਹੈ ਮਾਲਕ ਪਰਮਾਤਮਾ ਦਾ।
ਬੂੰਦ ਸਾਗਰ ਦੇ ਵਿੱਚ ਲੀਨ ਹੋ ਜਾਣੀ ਹੈ। ਸੱਚ ਸਿੰਗਾਰ ਬਣਾ ਬਣਿਆ, ਉਹਨੇ ਤਾਂ ਸੱਚਾ ਸਿੰਗਾਰ ਕਰ ਲਿਆ ਪਾਏ, ਉਹ ਸਿੰਗਾਰ ਕਰ ਲਿਆ ਕਿ ਮਾਲਕ ਪਤੀ ਪਰਮਾਤਮਾ ਨੂੰ ਪਸੰਦ ਆ ਗਈ। ਲੱਖ 84 ਜੀ ਉਪਾਏ, ਜਿਸਨੂੰ ਜੀ ਉਪਾਏ, ਦੇਖੋ ਲੱਖ 84 ਜੀਵ ਨਹੀਂ ਲਿਖਿਆ, ਜੀ ਲਿਖਿਆ ਹੈ। ਇੰਨੇ ਜੀ ਹੈਗੇ ਆ ਲੱਖ 84 ਜੂਨਾਂ ਦੇ ਵਿੱਚ, ਕਿੰਨੇ ਕੁ ਜੀ ਹੈਗੇ ਭਾਈ, ਅੰਦਾਜ਼ਾ ਲਗਾ ਨਹੀਂ ਸਕਦੇ ਆਪਾਂ। ਲੱਖ 84 ਜੀ ਉਪਾਏ ਪੈਦਾ ਕੀਤੇ ਆ, ਸਰੀਰ ਦੇ ਕੇ ਭੇਜਿਆ ਹੈ। ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਇਹਦੇ ਵਿੱਚੋਂ ਦੇਖ ਲਓ, ਜਿਹਦੇ ਤੇ ਮਿਹਰ ਹੋ ਜਾਂਦੀ ਆ ਉਹਨੂੰ ਗੁਰੂ ਮਿਲ ਜਾਂਦਾ ਹੈ। ਮਨੁੱਖ, ਪਹਿਲਾਂ ਤਾਂ ਮਨੁੱਖੀ ਸਰੀਰ ਚਾਹੀਦਾ ਹੈ 84 ਲੱਖ ਜੀਵ ਦੇ ਜੀ ਜੂਨਾਂ ਦੇ ਵਿੱਚੋਂ। ਜਿਹਨੂੰ ਮਨੁੱਖ ਸਰੀਰ ਮਿਲਿਆ ਆ, ਇਹਦੇ ਵਿੱਚ ਹੀ ਪ੍ਰੋਬੇਬਿਲਿਟੀ ਹੈਗੀ ਬਈ ਗੁਰੂ ਗਿਆਨ ਮਿਲ ਜਾਏ। ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਿਲ ਵੀ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮੇ ਸੁਹਾਵਣਿਆ। ਉਹਦੇ ਫਿਰ ਉਹਦੀ ਮੈਲ ਕੱਟ ਜਾਂਦੀ ਹੈ ਭਾਈ, ਵਜਰ ਪਾਪ ਜਿਹੜੇ ਕੀਤੇ ਹੋਏ ਕੱਟ ਜਾਂਦੇ ਆ, ਉਹ ਹਮੇਸ਼ਾ ਨਿਰਮਲ ਹੋ ਜਾਂਦੇ। ਉਹ ਜਨ ਨਿਰਮਲ ਹੋ ਜਾਂਦੇ ਆ, ਜਿਨ੍ਹਾਂ ਤੇ ਨਜ਼ਰ ਹੋ ਜਾਂਦੀ, ਜਿਨ੍ਹਾਂ ਨੂੰ ਗਿਆਨ ਮਿਲ ਜਾਂਦਾ, ਜਿਨ੍ਹਾਂ ਨੂੰ ਗੁਰੂ ਮਿਲਾ ਦਿੰਦਾ। ਦਰ ਸੱਚਾ ਨਾਮੇ ਸੁਹਾਵਣੇ, ਉਹ ਦਰ ਸੱਚੇ ਦਰ ਤੇ ਪਹੁੰਚ ਜਾਂਦੇ ਆ, ਦਸਮ ਦੁਆਰ ਦੀ ਯਾਤਰਾ ਕਰ ਲੈਂਦੇ ਆ। ਨਾਮ ਦੇ ਨਾਲ ਉਹਨਾਂ ਦਾ ਜੀਵਨ ਸੋਹਣਾ ਹੋ ਜਾਂਦਾ ਹੈ, ਨਾਮ ਪਦਾਰਥ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ। ਲੇਖਾ ਮੰਗੇ ਤਾਂ ਕਿਨ ਦੀਏ। ਹੁਣ ਜੇ ਲੇਖਾ ਬਹੁਤ ਬਹੁਤ ਜਿਹੜਾ ਹੈਗਾ ਕੀਮਤੀ ਗਿਆਨ ਹੈ ਜੀ, ਬਹੁਤ ਕੀਮਤੀ ਗਿਆਨ ਹੈ। ਆਪਾਂ ਕਹਿੰਦੇ ਹਾਂ ਕਿ ਮੇਰੇ ਆਹ ਕਰਮ, ਮੇਰੇ ਆਹ ਕਰਮ, ਉਹ ਕਹਿੰਦੇ ਕਰਮਾਂ ਦੇ ਨਾਲ ਤੂੰ ਭੁਗਤਾਨ ਕਿਵੇਂ ਕਰ ਸਕਦਾ ਹੈ ਪਿਆਰਿਆ, ਕਿਵੇਂ ਕਰ ਸਕਦਾ ਹੈ ਦੱਸ। ਲੇਖਾ ਮੰਗੇ ਤਾਂ ਕਿਹਨੇ ਦੀਏ, ਕਿਵੇਂ ਦੇਏਗਾ ਦੱਸ ਤੂੰ। ਕਿਹਨੇ ਦੇ ਲੇਖਾ ਅੱਜ ਤੱਕ ਦਿੱਤਾ ਹੈ, ਅੱਜ ਤੱਕ ਕਿਹਨੇ ਲੇਖਾ ਪੂਰਾ ਕੀਤਾ ਹੈ। ਕਿੰਨੇ ਕਰੋੜਾਂ ਜਨਮਾਂ ਦਾ ਲੇਖਾ ਤੇਰਾ ਹੈਗਾ, ਕਿਸੇ ਨੇ ਪੂਰਾ ਕੀਤਾ ਹੈ ਲੇਖਾ, ਕਿਸੇ ਨੇ ਦਿੱਤਾ ਹੈ ਲੇਖਾ, ਕਿਵੇਂ ਦੇਏਗਾ ਲੇਖਾ ਤੂੰ ਦੱਸ। ਲੇਖਾ ਮੰਗੇ ਤਾਂ ਕਿਹਨੇ ਦੀਏ, ਸੁਖ ਨਾਹੀ ਪੁਨ ਦੂਏ ਤੀਏ। ਇੰਨਾ ਯਾਦ ਰੱਖ ਲਾ ਮਿੱਤਰਾ ਕਿ ਡੁਐਲਿਟੀ ਜਿਹੜੀ ਹੈਗੀ, ਮੈਂ ਹਉਮੈ ਮੇਰੀ ਜਿਹੜੀ ਹੈਗੀ ਆ, ਇਹਦੇ ਵਿੱਚ ਸੁਖ ਨਹੀਂ ਹੈਗਾ, ਨਾ ਹੀ ਤਿੰਨ ਗੁਣਾ ਮਾਇਆ, ਤਿਰਗੁਣੀ ਮਾਇਆ, ਤੀਏ ਦੇ ਵਿੱਚ ਸੁਖ ਹੈਗਾ। ਇਹ ਦੋ ਚੀਜ਼ਾਂ ਛੱਡ ਦੇ, ਤੇਰਾ ਲੇਖਾ ਖਤਮ ਆ ਪਿਆਰਿਆ, ਉਸੇ ਵੇਲੇ ਲੇਖਾ ਖਤਮ ਹੈਗਾ। ਇਹ ਗੱਲ ਨੂੰ ਬੁੱਝ ਲਾ, ਇਹ ਗੱਲ ਨੂੰ ਬੁੱਝ ਲਾ। ਲੇਖਾ ਮੰਗੈ ਤਾਂ ਕਿਨ ਦੀਏ, ਸੁਖ ਨਾਹੀ ਪੁਨ ਦੂਏ ਤੀਏ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਆ ਦੇਖੋ ਕਿਹੜਾ ਲੇਖਾ ਹੈ, ਕੀ ਹੈਗਾ ਲੇਖਾ, ਕੀ ਹੈ। ਕਹਿੰਦੇ ਉਹ ਤਾਂ ਬਖਸ਼ ਲੈਂਦਾ ਹੈ, ਆਪ ਹੀ ਬਖਸ਼ ਕੇ ਮਿਲਾ ਦਿੰਦਾ ਹੈ। ਉਹ ਤਾਂ ਮਾਲਕ ਦਾ ਪਿਆਰ ਚਾਹੁੰਦਾ ਹੈ, ਮਾਲਕ ਤਾਂ ਚਾਹੁੰਦਾ ਹੈ ਤੂੰ ਇੱਕ ਵਾਰੀ ਤੌਬਾ ਕਰ ਲਾ ਮਿੱਤਰਾ, ਤੂੰ ਇੱਕ ਵਾਰੀ ਬੁੱਝ ਲਾ ਬਈ ਇਹ ਜਿਹੜਾ ਹੈਗਾ ਇਹ ਭੋਗ ਵਿਲਾਸ, ਇਹ ਮਾਇਆ, ਇਹ ਜੋ ਕੁਛ ਵੀ ਖਿੱਚ ਹੈਗੀ ਆ, ਇਹ ਜਿਹੜੀ ਹੈਗੀ ਝੂਠੀ ਹੈਗੀ। ਇਸ ਤੋਂ ਬਾਹਰ ਨਿਕਲ ਜਾ, ਇਸ ਤੋਂ ਬਾਹਰ ਨਿਕਲ ਜਾ। ਬਸ ਜੇ ਤੇਰੇ ਅੰਦਰ ਚੁਆਇਸ ਆ ਗਈ, ਤੇਰੇ ਅੰਦਰ ਇੱਛਾ ਆ ਗਈ ਬਾਹਰ ਨਿਕਲਣ ਦੀ, ਬਾਕੀ ਮੈਂ ਹੈਲਪ ਕਰੂੰਗਾ ਸਾਰੀ ਦੀ ਸਾਰੀ। ਲੇਖਾ ਮੰਗੇ ਤਾਂ ਕਿਨੇ ਦੀਏ, ਸੁਖ ਨਾਹੀ ਪੁਨ ਦੂਏ ਤੀਏ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣੇ। ਬਖਸ਼ ਕਰਨਾ ਉਹਨੇ, ਮਾਲਕ ਨੇ ਤਾਂ ਬਖਸ਼ ਦੇਣਾ ਹੈ ਭਾਈ, ਉਹਨੇ ਤਾਂ, ਉਹ ਥੋੜੀ ਨਾ ਲੇਖਾ। ਆਪ ਹੀ ਤਾਂ ਸਾਰੀ ਮਾਇਆ ਪਾ ਰਿਹਾ ਹੈ, ਆਪ ਹੀ ਤਾਂ ਸਾਰੇ ਰਸ ਕਸ ਭੋਗ ਵਿਲਾਸ ਸਾਰਾ ਜੋ ਕੁਛ ਵੀ ਹੈਗਾ ਆਪ ਹੀ ਤਾਂ ਪਾਈ ਹੈ ਉਹਨੇ, ਆਪ ਹੀ ਤਾਂ ਚਮੇੜੀ ਹੈ ਆਪਣੇ ਨਾਲ। ਉਹ ਕਿਵੇਂ ਲੇਖਾ ਮੰਗ ਸਕਦਾ ਹੈ ਉਹਦਾ। ਬਸ ਹਾਂ, ਜੇ ਆਪਾਂ ਉਹਨੂੰ ਚਾਹੁੰਦੇ ਹਾਂ, ਮਾਇਆ ਨੂੰ, ਮਾਇਆ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਫਿਰ ਭਾਈ ਜਿਹੜਾ ਲੇਖਾ ਉਹਦਾ ਸਾਰਾ ਚੱਲੀ ਜਾਂਦਾ ਹੈ। ਜਿਹੜਾ ਨਿਕਲਣਾ ਚਾਹੁੰਦਾ ਹੈ ਮਾਲਕ, ਉਹ ਮਾਲਕ ਥੋੜੀ ਨਾ ਲੇਖਾ, ਉਹਨੇ ਆਪ ਹੀ ਤਾਂ ਸਾਰਾ ਕੁਝ ਪਾਇਆ ਸੀਗਾ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਆਹੀ ਭਾਈ ਯਾਤਰਾ ਹੈਗੀ, ਆਹੀ ਖੇਡ ਹੈਗੀ ਆ। ਇਹ ਤਾਂ ਜੀ 7ਵਾਂ ਬੰਦ ਜਿਹੜਾ ਹੈਗਾ ਨਾ, ਇਹ ਤਾਂ ਬਹੁਤ ਕੀਮਤੀ ਹੈਗਾ ਜੀ। ਇਹਨੂੰ ਇੱਕ ਵਾਰੀ ਹੋਰ ਲਈਏ। ਲੇਖਾ ਮੰਗੈ ਤਾਂ ਕਿਨੇ ਦੀਏ, ਸੁਖ ਨਾਹੀ ਪੁਨ ਦੂਏ ਤੀਏ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਆਪ ਕਰੇ ਤੈ ਆਪ ਕਰਾਏ। ਖੇਡ ਮਾਲਕ ਪਰਮਾਤਮਾ ਦੀ ਹੈ, ਕਰ ਰਿਹਾ ਹੈ ਤੇ ਕਰਵਾ ਰਿਹਾ ਹੈ। ਸਾਰੇ ਜੀਵ ਜਿਹੜੇ ਹੈਗੇ, ਖੇਡ ਬਣਾਈ ਹੈ ਮਾਲਕ ਨੇ। ਇਹ ਜਿਹੜਾ ਮੈਚ ਜਿਹੜਾ ਹੈਗਾ, ਇਹ ਰਿੰਗ ਜਿਹੜੀ ਹੈਗੀ, ਇਹਦੇ ਵਿੱਚ ਆਪਾਂ ਸੰਸਾਰ ਦੇ ਵਿੱਚ ਆਏ ਹਾਂ। ਬਸ ਇਹ ਖੇਡ ਉਹ ਮਾਲ ਕਰਵਾ ਰਿਹਾ ਹੈ,
ਕਰ ਰਿਹਾ ਤੇ ਕਰਵਾ ਵੀ ਰਿਹਾ। ਸਾਰੀ ਦੀ ਸਾਰੀ ਖੇਡ ਜੀ ਪੈਦਾ ਕਰੀ ਜਾ ਰਿਹਾ, ਜਾਈ ਜਾ ਰਿਹਾ, ਆਈ ਜਾ ਰਿਹਾ, ਘੁੰਮੀ ਜਾ ਰਿਹਾ, ਸਾਰਾ ਕੁਝ ਚੱਲੀ ਜਾ ਰਿਹਾ ਹੈ। ਪੂਰੇ ਗੁਰ ਕੇ ਸ਼ਬਦ ਮਿਲਾਏ, ਜਿਨੇ ਵੀ ਨਿਕਲਣਾ ਹੈ, ਮਿਲਣਾ ਹੈ, ਪੂਰੇ ਗੁਰੂ ਦੇ ਸ਼ਬਦ ਦੇ ਦੁਆਰਾ ਮਿਲ ਸਕਦਾ ਹੈ ਭਾਈ। ਉਸ ਸ਼ਬਦ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਪਊਗਾ। ਆਪਣੇ ਵਿਚਾਰ ਬੰਦ ਕਰਨੇ ਪੈਣੇ ਆ। ਇਹ ਮਾਇਆ ਜਿਹੜੀ ਹੈਗੀ, ਇਹ ਉਸ ਸ਼ਬਦ ਤੱਕ ਨਹੀਂ ਜਾਣ ਦਿੰਦੀ। ਖੇਡ ਇਹੀ ਹੈਗੀ ਭਾਈ, ਮਾਇਆ ਨੇ ਸ਼ਬਦ ਵੱਲ ਨੂੰ ਨਹੀਂ ਜਾਣ ਦੇਣਾ, ਗੁਰੂ ਨੇ ਸ਼ਬਦ ਵੱਲ ਨੂੰ ਲਾਉਣਾ ਹੈ। ਐਸੇ ਤਰੀਕੇ ਦੇ ਨਾਲ ਭਾਈ ਆਪਾਂ ਇਹ ਗੁਰੂ ਦੇ ਅਨੁਸਾਰ ਜਿਹੜਾ ਹੈਗਾ, ਗੁਰੂ ਦੀ ਮੱਤ ਲੈ ਕੇ ਜਿਹੜਾ ਹੈਗਾ ਇਹ ਖੇਡ ਨੂੰ ਜਿੱਤ ਸਕਦੇ ਆ। ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ, ਕੋਈ ਆਪਸ਼ਨ ਨਹੀਂ ਹੈਗਾ ਕਿ ਇਹ ਖਿੱਚ ਤੋਂ ਇਹ ਜਿਹੜੀ ਹੈ, ਇਹ ਪੁੱਲ ਜਿਹੜੀ ਹੈਗੀ ਆ, ਇਹ ਮਾਇਆ ਦੀ ਖਿੱਚ ਜਿਹੜੀ ਹੈ, ਇਸ ਚੋਂ ਆਪਾਂ ਬਚ ਸਕੀਏ। ਆਪ ਕਰੇ ਤੈਂ ਆਪ ਕਰਾਏ, ਗੁਰ ਕੇ ਸ਼ਬਦ ਪੂਰੇ ਗੁਰ ਕੇ ਸ਼ਬਦ ਮਿਲਾਏ। ਪੂਰੇ ਗੁਰੂ ਦੇ ਸ਼ਬਦ ਦੇ ਦੁਆਰਾ ਪਾਏ ਮਿਲ ਸਕਦੇ ਆ। ਪੂਰੇ ਗੁਰੂ ਨੇ ਸ਼ਬਦ ਦੇ ਦੁਆਰਾ, ਸ਼ਬਦ ਦੇ ਵਿੱਚ ਆਪਾਂ ਨੂੰ ਲਾਉਣਾ ਹੈਗਾ। ਪੂਰੇ ਗੁਰੂ ਦੇ ਗਿਆਨ ਦੇ ਦੁਆਰਾ ਇਸ ਸ਼ਬਦ ਦੇ ਨਾਲ ਜੁੜ ਸਕਦੇ ਆ ਆਪਾਂ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਨਾਮ ਦੇ ਨਾਲ ਵਡਿਆਈ ਮਿਲਣੀ ਹੈ ਭਾਈ। ਔਰ ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਆਪ ਜਿਹੜਾ ਹੈਗਾ ਆਪਣੇ ਨਾਲ ਮਿਲਾਉਂਦਾ ਆ। ਆਪ ਜਿਹੜਾ ਹੈਗਾ ਅਭਿਆਸੀ ਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ। ਆਪ ਉਹਦੀ ਸੁਰਤ ਜਿਹੜੀ ਹੈਗੀ ਆਤਮਾ ਦੇ ਵਿੱਚ ਲੀਨ ਹੁੰਦੀ ਹੈ। ਆ ਖੇੜਿਆ ਮਾਲਕ ਪਰਮਾਤਮਾ ਦੀ ਗੁਰੂ ਦੇ ਦੁਆਰਾ ਉਹਨੇ ਮਿਲਾਉਣਾ ਹੈਗਾ। ਸ਼ਬਦ ਦੇ ਵਿੱਚ ਜੁੜ ਕੇ ਮਿਲ ਸਕਦੇ ਹਾਂ ਆਪਾਂ। ਸ਼ਬਦ ਆਪਣੇ ਅੰਦਰ ਜਿਹੜਾ ਹੈਗਾ ਪ੍ਰਗਟ ਹੋਣਾ ਹੈ, ਔਰ ਉਹਦੇ ਅੰਦਰ ਪ੍ਰਗਟ ਹੋਊਗਾ ਜਿਹੜਾ ਧਿਆਨ ਸਿਮਰਨ ਕਰੂਗਾ, ਜਿਹੜਾ ਆਪਣੇ ਅੰਦਰ ਵੜੂਗਾ, ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਕਾਰਵਾਈ ਜੋ ਗੁਰੂ ਕਹਿ ਰਹੇ ਆ, ਜੋ ਗਿਆਨ ਕਹਿ ਰਿਹਾ ਆ, ਉਸ ਦੇ ਨਾਲ ਜਿਹੜਾ ਹੈਗਾ ਚੱਲ ਕੇ, ਉਸ ਰਸਤੇ ਤੇ ਚੱਲ ਕੇ ਜਿਹੜਾ ਹੈਗਾ ਸੁਖੈਨ ਹੀ ਜਿਹੜਾ ਹੈਗਾ ਇਹ ਖੇਡ ਜਿੱਤੀ ਜਾ ਸਕਦੀ ਹੈ। ਇਹ ਜਿਹੜੀ ਬਹੁਤ ਕੀਮਤੀ ਮਨੁੱਖੀ ਜੂਨ ਮਿਲੀ ਹੋਈ ਆ ਆਪਾਂ ਨੂੰ, ਇਹਨੂੰ ਜਿਹੜਾ ਹੈਗਾ ਸਫਲ ਕੀਤਾ ਜਾ ਸਕਦਾ ਹੈ। ਇਹੀ ਜਿਹੜੀ ਹੈਗੀ ਹੈ ਅੱਜ ਦੀ ਵਿਚਾਰ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਭਾਈ ਮਾਈਕ ਬੰਦ ਕਰ ਦੋ। ਉਹ ਘਰ ਦੀਆਂ ਗੱਲਾਂ ਬੰਦ ਕਰ ਦੋ, ਮਾਈਕ ਬੰਦ ਕਰ ਦੋ ਪਲੀਜ਼। ਵਾਹਿਗੁਰੂ ਜੀ ਕੀ ਫਤਿਹ ਜੀ।